ये ਜਿਹੜੇ ਆਰਡੀਨੈਂਸ एक कानून किसान मारू है नहीं, ये कानून लोक मारू है, किसान मारू नहीं है, किसान कला नहीं है। ये कुल लोकाई नूं इहनूं जिहड़ा नुकसान वो होऊगा। ये कानूनां च हरेक बंदा इन्हां तिन्नां कानूनां च मजदूर, व्यापारी, शहर वाला, कपड़े वाला, मठियाई वाला, कोई भी बंदा, हर बंदे की मैं तुहानूं उदाहरण दे सकदा भी हर बंदा ਇਹਦੇ 'ਚ पूरी तरह नाल नुकसान खाऊगा। तो इन्होंने कानून च पा लिया भी जो असीं जमीन ठेके ते लवांगे 50 सालों वास्ते लवांगे। पहली गल, ठेका रद्द करन दा अधिकार केवल ते केवल कंपनी कोले होगा। अच्छा, किसान कोले कोई अधिकार नहीं। किसान उस कंट्रैक्ट सब तो वड्डी चीज़ की लिखी है भी वो कंपनी जिहड़ी कंट्रैक्ट ते उन्होंने जमीन लै ली उहदे ते वो जमीन लोन लै। पहलां की सी कि कोई भी व्यक्ति ਜਿਹੜੀ समान स्टोर करता सी जरूरी वस्तां, जिवें कि मैं तुहानूं पहलां दस्सिया, वो स्टोर करन दी उहदी एक लिमिट हुंदी सी भी तूं इन्नी ही स्टोर कर सकदा है। उहदे ते संबंधित सरकारां दा कंट्रोल हुंदा सी। जदों भी किसी चीज़ की थोड़ पई वो सरकार उहनूं हुक्म कर सकदी सी भी भाई तू ये चीज़ां आपदे स्टोर चों कढ के खुले बाजार च लिया के लोकां नूं मुहैया करा ताकि इन्हां दियां जिहड़ियां जरूरी वस्तां दियां कीमतां वो स्थिर रह सकन, घट रह सकन, जिहड़ी चीज़ है लोकां दी पहुँच च रह सके। एक बिल तां एक कानून तां ये बनिया। हुण की होया, पहलां वाला तुहानूं दसता, हुण कानून ये बन गया भी कोई भी बंदा जिन्नी उहदी समर्था है वो चीज़ स्टोर कर सकूगा। ਉਹਨੂੰ ਸਰਕਾਰਾਂ ਹੁਕਮ ਨਹੀਂ ਕਰ ਸਕਣਗੀਆਂ ਵੀ ਤੂੰ ਇਹਨੂੰ ਅੱਜ ਰਿਲੀਜ਼ ਕਰ। ਮੰਨ ਲਓ ਹੁਣ ਕੰਟਰੋਲ 'ਚ ਇੱਦਾਂ ਦੀਆਂ ਚੀਜ਼ਾਂ ਦੀਆਂ ਕੀਮਤਾਂ ਵੱਡੇ ਵਪਾਰੀਆਂ ਕੋਲੇ ਬਹੁਤ ਵੱਡੇ, ਆਪਾਂ ਜਿਹੜੇ ਆਪਣੇ ਸ਼ਹਿਰਾਂ 'ਚ ਬੈਠੇ ਆ ਨਾ ਇਹਨਾਂ ਨੂੰ ਵਪਾਰੀ ਨਹੀਂ ਕਹਿ ਸਕਦੇ ਇਸ ਕਾਨੂੰਨ 'ਚ। ਹੁਣ ਵੱਡੇ ਸ਼ਾਹੂਕਾਰ ਜਿਨ੍ਹਾਂ ਦਾ ਨਾਂ ਵਾਰੀ-ਵਾਰੀ ਵੱਖ-ਵੱਖ ਮੀਡੀਆ ਤੇ ਚੈਨਲਸ ਤੇ ਅੰਬਾਨੀ ਗਰੁੱਪ, ਅਡਾਨੀ ਗਰੁੱਪ, ਜਿਹੜੇ ਵੱਡੇ ਗਰੁੱਪਸ ਹੈਗੇ ਆ ਉਹ ਸਾਰੇ ਕੁਛ ਨੂੰ ਕੰਟਰੋਲ ਕਰਨਗੇ। ਉਹ ਆਪਦੀ ਮਰਜ਼ੀ ਨਾਲ ਜਿਹੜਾ ਹੈਗਾ ਉਹ ਭਾਅ ਨੂੰ ਕੰਟਰੋਲ ਕਰਨਗੇ, ਵਸਤਾਂ ਨੂੰ ਕੰਟਰੋਲ ਕਰਨਗੇ, ਰੱਖਣਗੇ, ਰਿਲੀਜ਼ ਕਰਨਗੇ। ਤਾਂ ਜਿਹੜਾ ਹੈਗਾ ਜੀ ਇਹ ਹੈਗਾ ਬਿੱਲ ਜ਼ਰੂਰੀ ਵਸਤਾਂ ਦਾ ਕਾਨੂੰਨ ਜਿਹੜਾ ਪਾਸ ਹੋਇਆ। ਇਹਦੇ ਜਿਹੜੇ ਨੁਕਸਾਨ ਹੋਣਗੇ ਬੇਸਿਕ ਜਿਵੇਂ ਆਪਾਂ ਕੀਤਾ ਵੀ ਭੰਡਾਰਨ ਆਪਦੀ ਮਰਜ਼ੀ ਦਾ ਹੋਊਗਾ, ਰਿਲੀਜ਼ ਆਪਦੀ ਮਰਜ਼ੀ ਦਾ ਹੋਊਗਾ, ਭਾਅ ਉਹਨਾਂ ਲੋਕਾਂ ਦੀ ਮਰਜ਼ੀ ਦਾ ਹੋਊਗਾ, ਆਪਣੀ ਮਰਜ਼ੀ ਦਾ ਕੁਛ ਵੀ ਨਹੀਂ ਹੋਊਗਾ। ਆਟੇ ਦੀ ਕੀਮਤ ਨਹੀਂ ਘਟੂਗੀ क्योंकि कंट्रोल उन्होंने कर लेना। उन्हें तो कहता जी इंटरनेशनल मार्केट है, इंटरनेशनल मार्केट अपने ते लागू नहीं होगी। तो वो बंदे दी लत्तां पहला उन्होंने हत्थों फड़न तो ही कंबणगे भी यार एडा वड्डा बंदा लैके आया की पढ़ांगे ਇਹਦਾ। ਉਹ उदा ना जी अब्बल तो साडा पैड जिद्दां फड़ लेंदे हुंदे इदां इदां करके अंगूठे उन्होंने लवाई जाने तो बस गल खत्म हो जानी है। उन्हें आपकी फाइल्स फोल्डर च पाउणा ते लै जाना। सारिਆਂ ਨੂੰ पता सी, सारिया राजनीतिक पार्टियां नूं पता सी, बहुतियां किसान जथेबंदियां नूं पता सी भी यह जिहड़ी गलबात है कानून बनन जा रहा है। ਤੁਹਾਡੇ ਆਪਣੇ ਚੈਨਲ ਬਾਈਫੇਸ ਚੈਨਲ ਦੇ ਉੱਤੇ ਬਹੁਤ-ਬਹੁਤ ਸਵਾਗਤ ਹੈ। ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਕੇਂਦਰ ਦੀ ਸਰਕਾਰ ਵੱਲੋਂ ਖੇਤੀ ਦੇ 3 ਆਰਡੀਨੈਂਸ ਲਿਆਂਦੇ ਗਏ ਤੇ ਇਹਨਾਂ ਆਰਡੀਨੈਂਸਾਂ ਤੇ ਕਾਰਨ ਪੂਰੀ ਭਾਰਤ ਦੀ ਕਿਸਾਨੀ ਹੈ, ਜਿਹੜੀ ਪੂਰੇ ਭਾਰਤ ਦੇ ਕਿਸਾਨ ਹੈ ਉਹਨਾਂ ਦੇ ਮਨਾਂ ਦੇ ਵਿੱਚ ਬਹੁਤ ਸਾਰਾ ਰੋਹ ਹੈ ਤੇ ਉਹ ਆਪਣੇ ਰੋਹ ਨੂੰ ਪ੍ਰਗਟ ਕਰਨ ਲਈ ਸੜਕਾਂ ਤੇ ਵੀ ਹੈ। ਉਹ ਚਾਹ ਰਹੇ ਆ ਕਿ ਜਿਹੜੀਆਂ ਕਿਸਾਨਾਂ ਦੀਆਂ ਸਮੱਸਿਆਵਾਂ ਜਾਂ ਕਿਸਾਨਾਂ ਦੀਆਂ ਚਿੰਤਾਵਾਂ ਹੈ ਇਸ ਆਰਡੀਨੈਂਸ ਦੇ ਮੁਤਲਕ ਉਹ ਸਰਕਾਰ ਵੱਲੋਂ ਜਾਂ ਕੇਂਦਰ ਦੀ ਸਰਕਾਰ ਵੱਲੋਂ ਜਾਂ ਸਰਕਾਰ ਦੇ ਅਮਲੇ ਵੱਲੋਂ ਉਹਨਾਂ ਨੂੰ ਦੂਰ ਕਰਨ ਦਾ ਹੱਲ ਕਰਨ। ਸਰਕਾਰ ਨੇ ਆਪਣੇ ਵੱਲੋਂ ਯਤਨ ਕੀਤੇ ਹੈ ਕਿ ਕਿਹਾ ਜਾ ਰਿਹਾ ਸਰਕਾਰ ਵੱਲੋਂ ਕਿ ਇਹ ਜਿਹੜਾ ਆਰਡੀਨੈਂਸ ਹੈ ਇਹ ਕਿਸਾਨਾਂ ਦੇ ਪ੍ਰਤੀ ਲਾਹੇਵੰਦ ਹੈ। ਇੱਥੋਂ ਤੱਕ ਕਿ ਪ੍ਰਧਾਨ ਮੰਤਰੀ ਨੇ ਵੀ ਆਪਣੇ ਭਾਸ਼ਣ ਦੇ ਵਿੱਚ ਆਪਣੀ ਗੱਲ ਰੱਖੀ ਤੇ ਕਿਹਾ ਕਿ ਕਿਸਾਨਾਂ ਨੂੰ ਭਰਮਾਇਆ ਜਾ ਰਿਹਾ ਹੈ। ਅਸੀਂ ਅੱਜ ਇਸ ਆਰਡੀਨੈਂਸ 'ਤੇ ਵਿਸਥਾਰਪੂਰਵਕ ਗੱਲ ਕਰਾਂਗੇ ਤੇ ਜਾਣਾਂਗੇ ਕਿ ਇਹ ਆਰਡੀਨੈਂਸ ਸੱਚਮੁੱਚ ਕਿਸਾਨਾਂ ਨੂੰ ਇਸ ਆਰਡੀਨੈਂਸ ਦੇ ਮੁੱਦੇ 'ਤੇ ਸੱਚਮੁੱਚ ਕਿਸਾਨਾਂ ਨੂੰ ਭਰਮਾਇਆ ਜਾ ਰਿਹਾ ਹੈ ਜਾਂ ਸੱਚਮੁੱਚ ਇਹ ਨੁਕਸਾਨਦੇਹ ਇੱਕ ਆਰਡੀਨੈਂਸ ਹੈ।
ਅਸੀਂ ਇਸ ਗੱਲਬਾਤ ਲਈ, ਇਸ ਵਿਚਾਰ ਚਰਚਾ ਲਈ ਇੱਕ ਬਹੁਤ ਹੀ ਮਾਹਰ ਇਨਸਾਨ ਨੂੰ ਤੁਹਾਡੇ ਰੂਬਰੂ ਕਰਾਉਣ ਜਾ ਰਹੇ ਹਾਂ, ਕਿਉਂਕਿ ਕੋਈ ਵੀ ਬੰਦਾ ਇਸ ਮੁੱਦੇ ਤੇ ਕੁਝ ਵੀ ਕਹਿ ਸਕਦਾ ਹੈ, ਪਰ ਅਸੀਂ ਅੱਜ ਤੁਹਾਡੇ ਰੂਬਰੂ ਕਰਾਵਾਂਗੇ ਕਾਨੂੰਨ ਦੇ ਮਾਹਰ ਐਡਵੋਕੇਟ ਅਕਾਲਜੋਤ ਸਿੰਘ ਜੀ ਨੂੰ। ਇਹ ਸਾਨੂੰ ਦੱਸਣਗੇ ਕਿ ਇਹ ਸੱਚਮੁੱਚ ਹੀ ਇਸ ਆਰਡੀਨੈਂਸ ਦੇ ਵਿੱਚ ਜਿਹੜੀਆਂ ਕਮੀਆਂ ਹੈ ਜਾਂ ਸੱਚਮੁੱਚ ਇਸ ਆਰਡੀਨੈਂਸ ਦੇ ਵਿੱਚ ਕੋਈ ਲਾਭ ਵੀ ਹੈਗੇ ਆ। ਇਹ ਅਸੀਂ ਇਹਨਾਂ ਤੋਂ ਪੂਰਾ ਵਿਸਥਾਰ ਦੇ ਨਾਲ, ਸਹੀ ਤਰੀਕੇ ਦੇ ਨਾਲ ਇਹਨਾਂ ਤੋਂ ਜਾਣਕਾਰੀ ਹਾਸਲ ਕਰਾਂਗੇ। ਆਓ ਅੱਜ ਗੱਲ ਕਰੀਏ ਅਕਾਲਜੋਤ ਸਿੰਘ ਬਰਾੜ ਜੀ। ਇਹ ਪੇਸ਼ੇ ਤੋਂ ਵਕੀਲ ਨੇ ਤੇ ਕਾਨੂੰਨ ਦੇ ਮਾਹਰ ਨੇ। ਅਸੀਂ ਇਹਨਾਂ ਤੋਂ ਅੱਜ ਪੂਰੀ ਡਿਟੇਲ ਦੇ ਵਿੱਚ ਇਸ ਆਰਡੀਨੈਂਸ, ਤਿੰਨਾਂ ਆਰਡੀਨੈਂਸ ਦੇ ਉੱਪਰ ਗੱਲ ਕਰਾਂਗੇ। ਅਕਾਲਜੋਤ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਬਾਈਫੇਸ ਚੈਨਲ ਤੇ। ਧੰਨਵਾਦ ਜੀ, ਧੰਨਵਾਦ, ਬਹੁਤ ਧੰਨਵਾਦ ਨੀਟਾ ਜੀ। ਬਰਾੜ ਸਾਹਿਬ, ਤੁਸੀਂ ਇਹ ਦੱਸੋ, ਆਪਾਂ ਹੁਣੇ ਜਿਵੇਂ ਮੈਂ ਇੰਟਰੋ ਦੇ ਵਿੱਚ ਵੀ ਗੱਲ ਕੀਤੀ ਵੀ ਆਰਡੀਨੈਂਸ ਜਿਹੜੇ ਖੇਤੀ ਦੇ ਉੱਪਰ ਕੇਂਦਰ ਦੀ ਸਰਕਾਰ ਲੈ ਕੇ ਆਈ ਹੈ, ਇਹਨਾਂ ਦੇ ਪ੍ਰਤੀ ਕਿਸਾਨਾਂ ਦੇ ਮਨਾਂ ਵਿੱਚ ਬਹੁਤ ਸਾਰੇ ਡਾਊਟ ਹੈ ਤੇ ਬਹੁਤ ਸਾਰਾ ਰੋਹ ਵੀ ਹੈ। ਅਸਲ ਦੇ ਵਿੱਚ ਸਾਡੇ ਦਰਸ਼ਕਾਂ ਨੂੰ ਤੁਸੀਂ ਸਿੰਪਲ ਭਾਸ਼ਾ ਦੇ ਵਿੱਚ ਸਮਝਾਓ ਵੀ ਖੇਤੀ ਦੇ ਇਹ ਤਿੰਨੇ ਆਰਡੀਨੈਂਸ ਸੱਚਮੁੱਚ ਨੁਕਸਾਨਦੇਹ ਹੈ ਜਾਂ ਭਰਮਾਇਆ ਜਾ ਰਿਹਾ ਕਿਸਾਨਾਂ ਨੂੰ? ਨੀਟਾ ਜੀ, ਸਭ ਤੋਂ ਪਹਿਲਾਂ ਮੈਂ ਇੱਕ ਗੱਲ ਤੁਹਾਨੂੰ ਬਿਲਕੁਲ ਕਲੀਅਰ ਕਰਨੀ ਚਾਹਾਂ ਕਿ ਹੁਣ ਇਹ ਆਰਡੀਨੈਂਸ ਨਹੀਂ ਰਹੇ। ਜਦੋਂ ਵੀ ਕੋਈ ਕਾਨੂੰਨ ਬਣਦਾ ਉਹਦੇ ਤਿੰਨ ਸਟੇਜ, ਤਿੰਨ ਲੈਵਲ ਹੁੰਦੇ ਆ। ਪਹਿਲਾ ਲੈਵਲ ਹੁੰਦਾ ਜਿਹੜਾ ਹੁੰਦਾ ਆਰਡੀਨੈਂਸ। ਉਦੋਂ ਬਾਅਦ ਜਦੋਂ ਉਹ ਲੋਕ ਸਭਾ, ਰਾਜ ਸਭਾ 'ਚ ਪੇਸ਼ ਹੁੰਦਾ ਉਦੋਂ ਉਹਨੂੰ ਕਹਿੰਦੇ ਆ ਬਿੱਲ। ਤੇ ਉਸ ਤੋਂ ਬਾਅਦ ਜਦੋਂ ਲੋਕ ਸਭਾ, ਰਾਜ ਸਭਾ 'ਚ ਪਾਸ ਹੋ ਕੇ ਤੇ ਰਾਸ਼ਟਰਪਤੀ ਦੇ ਦਸਤਖਤ ਹੋ ਜਾਂਦੇ ਆ ਉਦੋਂ ਉਹਨੂੰ ਕਹਿੰਦੇ ਆ ਕਾਨੂੰਨ। ਹੁਣ ਇਹ ਆਰਡੀਨੈਂਸ ਨਹੀਂ ਰਿਹਾ, ਨਾ ਇਹ ਬਿੱਲ ਰਿਹਾ, ਹੁਣ ਇਹ ਕਾਨੂੰਨ ਬਣ ਗਏ ਆ ਤਿੰਨੇ। ਠੀਕ ਹੈ, ਕਾਨੂੰਨ ਤਿੰਨ ਹੈ। ਸਾਦੀ ਭਾਸ਼ਾ 'ਚ ਬਿਲਕੁਲ ਅਲੱਗ-ਅਲੱਗ ਕਾਨੂੰਨ ਹੈ। ਇੱਕ ਕਾਨੂੰਨ ਵੈਸੇ ਜਿਹੜਾ ਸੀਕੁਐਂਸ ਵਾਈਜ਼ ਜਿਵੇਂ ਪਾਸ ਹੋਇਆ, ਸਭ ਤੋਂ ਪਹਿਲਾਂ ਬਿੱਲ ਪਾਸ ਹੋਇਆ ਜੀ, ਇਹਦਾ ਕਾਨੂੰਨ ਪਾਸ ਹੋਇਆ ਜ਼ਰੂਰੀ ਵਸਤਾਂ ਬਿੱਲ। ਅੱਛਾ, ਜਿਹੜਾ ਕਿ ਉਹ ਕਾਨੂੰਨ ਬਣਿਆ, ਉਹਨੂੰ ਇੰਗਲਿਸ਼ 'ਚ ਕਹਿੰਦੇ ਆ ਐਸੈਂਸ਼ੀਅਲ ਕਮੋਡਿਟੀਜ਼ ਐਕਟ। ਉਹ ਕਾਨੂੰਨ ਬੇਸਿਕਲੀ ਹੁੰਦਾ ਵੀ ਜਿਹੜਾ ਆਪਾਂ ਪਹਿਲਾਂ ਸੀਗਾ, ਸਰਕਾਰਾਂ ਦਾ ਕੰਟਰੋਲ ਹੁੰਦਾ ਸੀ ਵੀ ਕੋਈ ਵੀ ਵਪਾਰੀ ਕੋਈ ਵੀ ਜ਼ਰੂਰੀ ਵਸਤੂਆਂ ਹੁੰਦੀਆਂ ਜਿਹੜੀਆਂ ਆਪਣੇ ਖਾਦ ਪਦਾਰਥ, ਤੇਲ ਬੀਜ, ਲਸਣ, ਗੰਢੇ, ਟਮਾਟਰ, ਉਹ ਚੀਜ਼ਾਂ ਜਿਹੜੀਆਂ ਜ਼ਰੂਰੀ ਚੀਜ਼ਾਂ ਹੁੰਦੀਆਂ ਉਹਨਾਂ ਦਾ ਪਹਿਲਾਂ ਤੋਂ ਕਾਨੂੰਨ ਬਣਿਆ ਹੋਇਆ, ਉਹਨੂੰ ਜ਼ਰੂਰੀ ਵਸਤਾਂ ਕਾਨੂੰਨ ਕਹਿੰਦੇ ਸੀ। ਹੁਣ ਕੀ ਹੋਇਆ 2020 'ਚ ਉਹ ਜ਼ਰੂਰੀ ਵਸਤਾਂ ਦੇ ਕਾਨੂੰਨ 'ਚ ਸੋਧ ਹੋ ਗਈ। ਪਹਿਲਾਂ ਕੀ ਸੀ ਕਿ ਕੋਈ ਵੀ ਵਿਅਕਤੀ ਜਿਹੜੀ ਸਮਾਨ ਸਟੋਰ ਕਰਦਾ ਸੀ, ਜ਼ਰੂਰੀ ਵਸਤਾਂ, ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ, ਉਹ ਸਟੋਰ ਕਰਨ ਦੀ ਉਹਦੀ ਇੱਕ ਲਿਮਿਟ ਹੁੰਦੀ ਸੀ ਵੀ ਤੂੰ ਇੰਨੀ ਹੀ ਸਟੋਰ ਕਰ ਸਕਦਾ। ਉਹਦੇ ਤੇ ਸੰਬੰਧਿਤ ਸਰਕਾਰਾਂ ਦਾ ਕੰਟਰੋਲ ਹੁੰਦਾ ਸੀ। ਜਦੋਂ ਵੀ ਕਿਸੇ ਚੀਜ਼ ਦੀ ਥੁੜ ਪਈ, ਉਹ ਸਰਕਾਰ ਉਹਨੂੰ ਹੁਕਮ ਕਰ ਸਕਦੀ ਸੀ ਵੀ ਭਾਈ ਤੂੰ ਇਹ ਚੀਜ਼ਾਂ ਆਪਦੇ ਸਟੋਰ 'ਚੋਂ ਕੱਢ ਕੇ ਖੁੱਲ੍ਹੇ ਬਾਜ਼ਾਰ 'ਚ ਲਿਆ ਕੇ ਲੋਕਾਂ ਨੂੰ ਮੁਹੱਈਆ ਕਰਾ, ਤਾਂ ਕਿ ਇਹਨਾਂ ਦੀਆਂ ਜਿਹੜੀਆਂ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਹੈ ਉਹ ਸਥਿਰ ਰਹਿ ਸਕਣ, ਘੱਟ ਰਹਿ ਸਕਣ, ਜਿਹੜੀ ਚੀਜ਼ ਆ ਉਹ ਲੋਕਾਂ ਦੀ ਪਹੁੰਚ 'ਚ ਰਹਿ ਸਕੇ। ਇੱਕ ਬਿੱਲ ਤਾਂ, ਇੱਕ ਕਾਨੂੰਨ ਤਾਂ ਇਹ ਬਣਿਆ। ਹੁਣ ਕੀ ਹੋਇਆ, ਪਹਿਲਾਂ ਵਾਲਾ ਤੁਹਾਨੂੰ ਦੱਸਤਾ, ਹੁਣ ਕਾਨੂੰਨ ਇਹ ਬਣ ਗਿਆ ਵੀ ਕੋਈ ਵੀ ਬੰਦਾ ਜਿੰਨੀ ਉਹਦੀ ਸਮਰੱਥਾ ਹੈ ਉਹ ਚੀਜ਼ ਸਟੋਰ ਕਰ ਸਕੂਗਾ। ਉਹਨੂੰ ਸਰਕਾਰਾਂ ਹੁਕਮ ਨਹੀਂ ਕਰ ਸਕਣਗੀਆਂ ਵੀ ਤੂੰ ਇਹਨੂੰ ਅੱਜ ਰਿਲੀਜ਼ ਕਰ। ਮੰਨ ਲਓ ਹੁਣ ਜਿਵੇਂ ਤੁਸੀਂ ਦੇਖਿਆ ਹੋਣਾ 10 ਕੁ ਦਿਨਾਂ ਦਾ ਪਿਛਲਾ ਗੰਢਿਆਂ ਦਾ ਭਾਅ 10 ਰੁਪਏ, 8 ਰੁਪਏ, 12 ਰੁਪਏ ਕਿਲੋ ਚੱਲ ਰਿਹਾ ਸੀ। ਅੱਜ ਉਹ 80-90 ਰੁਪਏ ਹੋ ਚੁੱਕਿਆ। ਕਿਉਂ ਹੋਇਆ? ਕਿਉਂਕਿ ਜਦੋਂ ਇਹ ਕਾਨੂੰਨ ਬਣ ਗਿਆ, ਕਾਨੂੰਨ ਬਣਨ ਤੇ ਨਾਲ ਦੀ ਨਾਲੇ ਲਾਗੂ ਹੋ ਗਿਆ। ਹੁਣ ਭੰਡਾਰਨ ਹੈ, ਜਿਹੜੇ ਵੱਡੇ ਭੰਡਾਰਕਾਰ ਹੈਗੇ ਆ, ਉਹ ਆਪਦੀ ਮਰਜ਼ੀ ਨਾਲ ਉਹਨੂੰ ਰਿਲੀਜ਼ ਕਰਨਗੇ। ਹੁਣ ਜਦੋਂ ਬਾਜ਼ਾਰ 'ਚ ਮੰਗ ਵੱਧ ਗਈ ਹੈ, ਉਹਨਾਂ ਨੇ ਹੱਥ ਘੁੱਟ ਲਿਆ, ਸਮਾਨ ਕੰਟਰੋਲ ਕਰ ਲਿਆ ਵੀ ਨਹੀਂ ਦਿੰਦੇ ਜੀ, ਕੀਮਤ ਵੱਧ ਗਈ। ਸਭ ਤੋਂ ਜ਼ਰੂਰੀ ਚੀਜ਼ ਹੈ ਆਪਣੀ ਰਸੋਈ ਦੀ। ਪਰ ਹੋਊਗਾ ਕਿ ਇਹਦੇ ਨਾਲ ਹਰ ਵਰਗ ਆਇਆ, ਉਹ ਛੋਟਾ, ਉਹ ਵੱਡਾ ਹੈ, ਕੋਈ ਵੀ ਹੈਗਾ, ਹਰ ਵਰਗ ਨੂੰ ਇਹਦਾ ਜਿਹੜਾ ਨੁਕਸਾਨ ਹੈ ਉਹ ਹੋਊਗਾ। ਜ਼ਰੂਰੀ ਵਸਤਾਂ ਕੰਟਰੋਲ 'ਚ ਇੱਦਾਂ ਦੀਆਂ ਚੀਜ਼ਾਂ ਦੀਆਂ ਕੀਮਤਾਂ ਵੱਡੇ ਵਪਾਰੀਆਂ ਕੋਲੇ, ਬਹੁਤ ਵੱਡੇ, ਆਪਾਂ ਜਿਹੜੇ ਆਪਣੇ ਸ਼ਹਿਰਾਂ 'ਚ ਬੈਠੇ ਆ ਨਾ, ਇਹਨਾਂ ਨੂੰ ਵਪਾਰੀ ਨਹੀਂ ਕਹਿ ਸਕਦੇ ਇਸ ਕਾਨੂੰਨ 'ਚ। ਹੁਣ ਵੱਡੇ ਸ਼ਾਹੂਕਾਰ ਜਿਨ੍ਹਾਂ ਦਾ ਨਾਂ ਵਾਰੀ-ਵਾਰੀ
ਵੱਖ-ਵੱਖ ਮੀਡੀਆ ਤੇ ਚੈਨਲਸ ਤੇ ਅੰਬਾਨੀ ਗਰੁੱਪ, ਅਡਾਨੀ ਗਰੁੱਪ, ਜਿਹੜੇ ਵੱਡੇ ਗਰੁੱਪਸ ਹੈਗੇ ਆ, ਉਹ ਸਾਰੇ ਕੁਝ ਨੂੰ ਕੰਟਰੋਲ ਕਰਨਗੇ। ਉਹ ਆਪਦੀ ਮਰਜ਼ੀ ਨਾਲ ਜਿਹੜਾ ਹੈਗਾ ਉਹ ਭਾਅ ਨੂੰ ਕੰਟਰੋਲ ਕਰਨਗੇ, ਵਸਤਾਂ ਨੂੰ ਕੰਟਰੋਲ ਕਰਨਗੇ, ਰੱਖਣਗੇ, ਰਿਲੀਜ਼ ਕਰਨਗੇ, ਕਿੱਥੇ ਲੈ ਕੇ ਜਾਣੀਆਂ ਕਿੱਥੇ ਨਹੀਂ ਲੈ ਕੇ ਜਾਣੀਆਂ, ਇਹ ਉਹਨਾਂ ਦੇ ਵੱਸ 'ਚ ਹੋਊਗਾ। ਇਹ ਹੋਇਆ ਪਹਿਲਾ ਕਾਨੂੰਨ। ਮਤਲਬ ਕਿ ਇਹ ਪਹਿਲੇ ਕਾਨੂੰਨ ਦੇ ਵਿੱਚ ਹੀ ਜਿਹੜੇ ਵੱਡੇ ਵਪਾਰੀ ਹੈ ਉਹ ਤੁਹਾਡੀ ਆਪਦਾ ਭੰਡਾਰ ਕਰਕੇ ਵਸਤੂਆਂ ਨੂੰ ਸਪਲਾਈ ਘਟਾ ਦੇਣਗੇ, ਮੰਗ ਵਧਾ ਦੇਣਗੇ। ਫਿਰ ਜਦੋਂ ਜਮਾਂ ਸਪਲਾਈ ਘਟ ਗਈ, ਇਹ ਹੋ ਜਾਣਾ ਵੀ ਉਹਦਾ ਰੇਟ ਫਿਰ ਮਨਮਰਜ਼ੀ ਦਾ ਰੱਖ ਕੇ ਫਿਰ ਉਹਨੂੰ ਵੇਚਣਗੇ। ਇਹਦੇ 'ਚ ਮੈਂ ਤੁਹਾਡੀ ਇੱਕ ਗੱਲ ਬਹੁਤ ਕਲੀਅਰ ਕਰਾਂ ਪਿੱਛੇ, ਕਿਉਂਕਿ ਹੁਣ ਜਦੋਂ ਵੀ ਕੋਈ ਮੁੱਦਾ ਮੀਡੀਆ ਤੇ ਉੱਭਰਦਾ ਨਾ, ਉਹਦੇ 'ਚ ਕੁਝ ਅਣਜਾਣ ਲੋਕ ਕਈ ਮੁਹਿੰਮਾਂ ਨੂੰ ਪਾੜਨ ਲਈ ਨੀਤੀਆਂ ਕਰਦੇ। ਇਸੇ ਕਾਨੂੰਨ ਦੇ ਮੁਤਲਕ ਆਪਾਂ ਛੋਟੀ ਜੀ ਗੱਲ ਕਰਦੇ ਹਾਂ। ਇੱਕ ਸੋਸ਼ਲ ਮੀਡੀਆ ਤੇ ਇੱਕ ਮੈਂ ਵੀਡੀਓ ਦੇਖੀ, ਉਹਦੇ 'ਚ ਇੱਕ ਸੱਜਣ ਕਹਿ ਰਹੇ ਆ ਜੀ ਇੰਟਰਨੈਸ਼ਨਲ ਮਾਰਕੀਟ 'ਚ ਜਿਹੜਾ ਕਣਕ ਦਾ ਭਾਅ ਹੈ ਉਹ 15 ਰੁਪਏ ਆ। ਉਹ ਕਹਿੰਦਾ ਜੀ ਜਦੋਂ ਇਹ ਜ਼ਰੂਰੀ ਵਸਤਾਂ ਬਿੱਲ ਪਾਸ ਹੋਣ, ਕਾਨੂੰਨ ਬਣ ਗਿਆ ਹੈ, ਆਪਾਂ ਨੂੰ ਆਟਾ ਜਿਹੜਾ ਹੈਗਾ ਨਾ, ਜਿਹੜਾ ਇਹ ਪਹਿਲਾਂ 25 ਰੁਪਏ ਜਾਂ 30 ਰੁਪਏ ਜਾਂ 35 ਰੁਪਏ ਮਿਲਦਾ ਸੀ, ਇਹ ਜਦੋਂ ਕੀਮਤ ਘਟ ਗਈ ਤਾਂ ਆਪਾਂ ਨੂੰ ਇਹ 5 ਜਾਂ 10 ਰੁਪਏ ਸਸਤਾ ਮਿਲਣ ਲੱਗ ਪਊਗਾ। ਉਹਨੇ ਇਕੱਲੇ ਆਟੇ ਦੀ ਗੱਲ ਕਰਕੇ ਚੀਜ਼ ਬੰਦ ਕਰਤੀ। ਤੁਹਾਨੂੰ ਉਦਾਹਰਨ ਦੇਵਾਂ, ਤੁਸੀਂ ਇੱਕ ਟਰੈਕਟਰ ਠੀਕ ਕਰਾਉਣ ਜਾਂਦੇ ਆ, ਸਪੋਜ਼ ਆਪਾਂ ਸਾਰੇ ਛੋਟੇ ਜਿਹਾ ਸਕੂਟਰ ਠੀਕ ਕਰਾਉਣ ਜਾਂਦੇ ਆ, ਉਹ ਕਹਿੰਦਾ ਜੀ ਤੁਹਾਡਾ ਇੰਜਨ ਬੋਰ ਹੋਊਗਾ ਜੀ ਇਹਦਾ। ਤੁਸੀਂ ਇੱਕ ਦੁਕਾਨ ਤੇ ਜਾਂਦੇ ਹੋ, ਉਹਨੂੰ ਪੁੱਛਦੇ ਯਾਰ ਇਹਦਾ ਪਿਸਟਨ ਦਾ ਕੀ ਭਾਅ ਹੈ, ਇੱਕ ਚੀਜ਼ ਦੀ ਕੀਮਤ ਪੁੱਛ ਲਈ, ਕੀਮਤ ਹੋਰ ਤਾਂ ਬਹੁਤ ਚੀਜ਼ਾਂ ਲੱਗਣੀਆਂ। ਉਹ ਦੁਕਾਨਦਾਰ ਉਹਦੇ 'ਚ ਹੋ ਸਕਦਾ 5 ਰੁਪਏ ਪੱਲਿਓਂ ਪਾ ਕੇ ਦੇ ਦੇ, ਬਾਕੀ ਚੀਜ਼ਾਂ ਦੀ ਕੀਮਤ ਤਾਂ ਉਹ ਨਹੀਂ, ਇਹਦੇ 'ਚ ਉਹ ਵੀ ਨਹੀਂ ਹੋਊਗਾ। ਆਟੇ ਦੀ ਕੀਮਤ ਨਹੀਂ ਘਟੂਗੀ ਕਿਉਂਕਿ ਕੰਟਰੋਲ ਉਹਨਾਂ ਨੇ ਕਰ ਲੈਣਾ। ਉਹਨੇ ਤਾਂ ਕਹਿਤਾ ਜੀ ਇੰਟਰਨੈਸ਼ਨਲ ਮਾਰਕੀਟ ਹੈ, ਇੰਟਰਨੈਸ਼ਨਲ ਮਾਰਕੀਟ ਆਪਣੇ ਤੇ ਲਾਗੂ ਨਹੀਂ ਹੋਊਗੀ। ਮੰਨ ਲਓ ਵੀ ਆਟਾ ਸਸਤਾ ਦੇਤਾ, ਇੰਟਰਨੈਸ਼ਨਲ ਮਾਰਕੀਟ ਜਦੋਂ ਕਣਕ ਸਸਤੀ ਖਰੀਦਣਗੇ ਆਟਾ ਸਸਤਾ ਦੇ ਦੇਣਗੇ, ਤੇ ਬਾਕੀ ਚੀਜ਼ਾਂ ਵੀ ਤਾਂ ਹੈਗੀਆਂ। ਕੀ ਇਕੱਲੀ ਰਸੋਈ 'ਚ ਇਕੱਲਾ ਆਟਾ ਹੀ ਹੈ? ਕੀ ਜ਼ਿੰਦਗੀ ਇਕੱਲੀ ਆਟੇ ਨਾਲ ਹੀ ਚੱਲਦੀ ਹੈ? ਇੱਦਾਂ ਦੇ ਲੋਕ ਮੁਹਿੰਮ ਨੂੰ, ਇਸ ਰੋਹ ਨੂੰ ਖਤਮ ਕਰਨ ਲਈ, ਅੱਡ ਲੋਕਾਂ ਨੂੰ ਤੋੜਨ ਲਈ, ਵੀ ਜਿਹੜਾ ਬੰਦਾ ਕਿਸਾਨ ਨਹੀਂ ਹੈ ਜੀ ਉਹ ਟੁੱਟ ਜੇ, ਸਾਨੂੰ ਆਟਾ ਸਸਤਾ ਮਿਲੂਗਾ, ਇੱਦਾਂ ਦੀਆਂ ਚੀਜ਼ਾਂ ਇਹ ਗਲਤ ਹੋ ਜਾਣਗੀਆਂ। ਇਹ ਤਾਂ ਜਿਹੜਾ ਹੈਗਾ ਜੀ, ਇਹ ਹੈਗਾ ਬਿੱਲ ਜ਼ਰੂਰੀ ਵਸਤਾਂ ਦਾ ਕਾਨੂੰਨ ਜਿਹੜਾ ਪਾਸ ਹੋਇਆ। ਇਹਦੇ ਜਿਹੜੇ ਨੁਕਸਾਨ ਹੋਣਗੇ ਬੇਸਿਕ, ਜਿਵੇਂ ਆਪਾਂ ਕੀਤਾ ਵੀ ਭੰਡਾਰਨ ਆਪਦੀ ਮਰਜ਼ੀ ਦਾ ਹੋਊਗਾ, ਰਿਲੀਜ਼ ਆਪਦੀ ਮਰਜ਼ੀ ਦਾ ਹੋਊਗਾ, ਭਾਅ ਉਹਨਾਂ ਲੋਕਾਂ ਦੀ ਮਰਜ਼ੀ ਦਾ ਹੋਊਗਾ, ਆਪਣੀ ਮਰਜ਼ੀ ਦਾ ਕੁਝ ਵੀ ਨਹੀਂ ਹੋਊਗਾ। ਪਹਿਲੇ ਕਾਨੂੰਨ ਨਾਲ ਹੀ ਅਸਲ ਦੇ ਵਿੱਚ ਕਿਸਾਨ ਪ੍ਰਭਾਵਿਤ ਹੋਵੇ ਨਾ ਹੋਵੇ, ਸਾਰੀ ਆਬਾਦੀ ਪ੍ਰਭਾਵਿਤ ਹੋ ਜਾਏ। ਬਿਲਕੁਲ ਜੀ ਬਿਲਕੁਲ। ਇਹਦੇ 'ਚ ਇਹ ਨੀਤਾ ਜੀ ਇੱਕ ਗੱਲ ਬਿਲਕੁਲ ਸਪਸ਼ਟ ਹੈ। ਇਹਨਾਂ ਤਿੰਨਾਂ ਕਾਨੂੰਨਾਂ 'ਚ ਹੀ ਆਪਾਂ ਅੱਗੇ ਜਿਵੇਂ ਗੱਲ ਕਰਾਂਗੇ, ਇਹਨਾਂ ਤਿੰਨਾਂ ਕਾਨੂੰਨਾਂ 'ਚ ਹੀ ਜਿਹੜਾ ਅਸਰ ਹੋਣਾ ਉਹ ਸਾਰੀ ਆਬਾਦੀ ਨੂੰ ਹੋਣਾ। ਮੈਂ ਤੁਹਾਨੂੰ ਤਿੰਨੇ ਜਿਵੇਂ ਆਪਾਂ ਗੱਲ ਕਰਾਂਗੇ, ਮੈਂ ਤੁਹਾਨੂੰ ਦੱਸੂਗਾ ਵੀ ਇਹ ਤਿੰਨੇ ਕਾਨੂੰਨਾਂ 'ਚ ਹਰੇਕ ਬੰਦਾ, ਇਹਨਾਂ ਤਿੰਨਾਂ ਕਾਨੂੰਨਾਂ 'ਚ ਮਜ਼ਦੂਰ, ਵਪਾਰੀ, ਸ਼ਹਿਰ ਵਾਲਾ, ਕੱਪੜੇ ਵਾਲਾ, ਮਠਿਆਈ ਵਾਲਾ, ਕੋਈ ਵੀ ਬੰਦਾ, ਹਰ ਬੰਦੇ ਦੀ ਮੈਂ ਤੁਹਾਨੂੰ ਉਦਾਹਰਨ ਦੇ ਸਕਦਾ ਵੀ ਹਰ ਬੰਦਾ ਇਹਦੇ 'ਚ ਪੂਰੀ ਤਰ੍ਹਾਂ ਨਾਲ ਨੁਕਸਾਨ ਖਾਊਗਾ, ਇਨਵੋਲਵ ਹੋਊਗਾ, ਘਾਟਾ ਪਾਊਗਾ। ਔਰ ਇਹ ਮਤਲਬ ਇਹਨਾਂ ਕਾਨੂੰਨਾਂ ਨੂੰ ਇਹ ਕਹਿ ਸਕਦੇ ਆ ਵੀ ਇਹ ਲੋਕ ਮਾਰੂ। ਕਈ ਇੱਕ ਜਿਹੜੀ ਆਮ ਅੱਜ ਗੱਲ ਹੋ ਰਹੀ ਹੈ ਨਾ ਕਿ ਜੀ ਇਹ ਜਿਹੜੇ ਆਰਡੀਨੈਂਸ, ਇਹ ਕਾਨੂੰਨ ਕਿਸਾਨ ਮਾਰੂ ਹੈ, ਨਹੀਂ, ਇਹ ਕਾਨੂੰਨ ਲੋਕ ਮਾਰੂ ਹੈ, ਕਿਸਾਨ ਮਾਰੂ ਨਹੀਂ ਹੈ। ਕਿਸਾਨ ਇਕੱਲਾ ਨਹੀਂ ਹੈ ਇਹਦੇ 'ਚ ਕੁੱਲ ਲੋਕਾਈ ਨੂੰ ਇਹਨੂੰ ਜਿਹੜਾ ਨੁਕਸਾਨ ਆ ਉਹ ਹੋਊਗਾ। ਮੈਂ ਹੁਣ ਦੂਜੇ ਕਾਨੂੰਨ ਤੇ ਜਿਵੇਂ ਆਵਾਂ, ਦੂਜਾ ਕਾਨੂੰਨ ਹੈ ਜੀ, ਇਹਦੇ 'ਚ ਜਿਹੜਾ 2 ਨੰਬਰ ਤੇ ਵਿਧਾਨ ਸਭਾ 'ਚ, ਉੱਥੇ ਪਾਰਲੀਮੈਂਟ 'ਚ, ਰਾਜ ਸਭਾ 'ਚ ਪਾਸ ਹੋਇਆ, ਉਸ ਤੋਂ ਬਾਅਦ ਰਾਸ਼ਟਰਪਤੀ ਜੀ ਨੇ ਦਸਤਖਤ ਕੀਤੇ, ਉਹ ਹੈਗਾ ਖੇਤੀ ਜ਼ਮੀਨ ਠੇਕਾ ਕਾਨੂੰਨ, ਜਿਹਨੂੰ ਸ਼ਾਰਟ 'ਚ ਆਪਾਂ ਕਿਉਂਕਿ ਪੰਜਾਬੀ 'ਚ ਮਤਲਬ ਦੇਸੀ ਪੱਧਰ ਤੇ ਗੱਲ ਕਰ ਰਹੇ ਹਾਂ। ਉਹ ਕਾਨੂੰਨ ਹੈਗਾ ਕੰਟਰੈਕਟ ਫਾਰਮਿੰਗ। ਇੱਕ ਚੀਜ਼ ਜਿਹੜੀ ਸਮਝ ਆਉਂਦੀ ਹੈ ਉਹਨੂੰ ਕਹਿੰਦੇ ਵੀ ਠੇਕਾ ਕਾਨੂੰਨ। ਉਹ ਕਾਨੂੰਨ ਕੀ ਕਹਿੰਦਾ ਹੈ? ਇਹ ਜਿਹੜੇ ਵੱਡੇ ਗਰੁੱਪ ਹੈ ਇਹ ਕਹਿੰਦੇ ਆ ਜੀ ਸਾਨੂੰ ਜ਼ਮੀਨਾਂ, ਤੁਸੀਂ ਜ਼ਿਆਦਾ ਜ਼ਮੀਨਾਂ ਠੇਕੇ ਤੇ ਦੇ ਦਿਓ, ਕਿਉਂਕਿ ਕਿਸਾਨੀ ਹਮੇਸ਼ਾ ਰੌਲਾ ਪੈਂਦਾ ਹੈ, ਪਿਛਲੇ ਲੰਬੇ ਸਮੇਂ ਤੋਂ ਪੈ ਰਿਹਾ ਹੈ, ਕਿਸਾਨੀ ਜੀ ਘਾਟੇਵੰਦ ਸੌਦਾ ਹੈ, ਘਾਟੇਵੰਦ ਸੌਦਾ ਹੈ, ਘਾਟੇਵੰਦ ਸੌਦਾ ਹੈ। ਸਰਕਾਰਾਂ ਕਹਿੰਦੀਆਂ ਜੀ ਇਹ ਮਤਲਬ ਇਹ ਮੁੱਦਾ ਪਿਛਲੇ 3-4 ਸਾਲਾਂ ਤੋਂ ਚੱਲ ਰਿਹਾ।
ਜਿਹੜੇ ਲੋਕ ਕਾਨੂੰਨ ਨਾਲ ਜੁੜੇ ਹੋਏ ਹੈ ਜਾਂ ਜਿਹੜੇ ਲੋਕ ਖੇਤੀ ਨਾਲ ਜੁੜੇ ਹੋਏ ਹੈ ਜਾਂ ਜਿਹੜੇ ਲੋਕ ਇਦਾਂ ਦੀਆਂ ਨਿਗਾਹ ਰੱਖਦੇ ਆ, ਸਾਰਿਆਂ ਨੂੰ ਪਤਾ ਸੀ, ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਪਤਾ ਸੀ, ਬਹੁਤੀਆਂ ਕਿਸਾਨ ਜਥੇਬੰਦੀਆਂ ਨੂੰ ਪਤਾ ਸੀ ਵੀ ਇਹ ਜਿਹੜੀ ਗੱਲਬਾਤ ਹੈ ਕਾਨੂੰਨ ਬਣਨ ਜਾ ਰਿਹਾ ਹੈ। ਇਹ ਆਰਡੀਨੈਂਸ ਦੀਆਂ ਜਿਹੜੀਆਂ ਨੀਆਂ ਹੈ ਉਹ ਪੱਟਣੀਆਂ ਸ਼ੁਰੂ ਹੋ ਗਈਆਂ। ਆਪਣੇ ਕਿਸਾਨ ਯੂਨੀਅਨ ਦੇ ਪ੍ਰਧਾਨ ਸਾਹਿਬ ਨੇ 3 ਸਾਲ ਪਹਿਲਾਂ ਇਹ ਗੱਲ ਕਹੀ ਸੀ ਸਮੇਂ ਦੀਆਂ ਸਰਕਾਰਾਂ ਨੂੰ ਵੀ ਭਾਈ ਆਹ ਜਿਹੜਾ ਕਾਨੂੰਨ ਹੈ ਇਹ ਸਰਕਾਰਾਂ ਇਹਨਾਂ ਗੱਲਾਂ ਤੇ ਵਿਚਾਰਾਂ ਕਰਨ ਲੱਗ ਪਈਆਂ ਵੀ ਜਿਹੜੀ ਖੇਤੀ ਹੈ ਇਹ ਵੱਡੇ ਘਰਾਣਿਆਂ ਨੂੰ ਦਿੱਤੀ ਜਾਵੇ, ਕਿਉਂਕਿ ਸਰਕਾਰਾਂ ਇਹਦੇ 'ਚ ਪੈਸਾ ਇਨਵੈਸਟ ਕਰਨ ਤੋਂ ਅਸਮਰੱਥ ਹੈ। ਸਾਡੇ ਕੋਲ ਇਹਦੀ ਸਮਰੱਥਾ ਹੈ ਨਹੀਂ ਇੰਨਾ ਪੈਸਾ। ਉਹਦੇ 'ਚ ਕੀ ਹੋਇਆ, ਕੰਟਰੈਕਟ ਫਾਰਮਿੰਗ ਦਾ ਜਿਹੜੇ ਵੱਡੇ ਉਹ ਕਹਿੰਦੇ ਠੀਕ ਹੈ ਜੀ ਸਾਨੂੰ ਜ਼ਮੀਨਾਂ ਠੇਕੇ 'ਤੇ ਦੇ ਦਿਓ। ਠੇਕਾ ਜਦੋਂ ਉਹ ਜ਼ਮੀਨ ਇੱਕ ਕੰਟਰੈਕਟ ਫਾਰਮਰ ਆਊਗਾ, ਇੱਕ ਕੰਪਨੀ ਆਊਗੀ, ਉਹ ਇੱਕ ਕਿਸਾਨ ਨੂੰ ਉਹ ਮੈਨੂੰ ਕਹੂਗੀ ਜੀ ਜ਼ਮੀਨ ਠੇਕੇ 'ਤੇ ਦੇ ਦਿਓ 50 ਸਾਲਾਂ ਵਾਸਤੇ। ਪਹਿਲਾਂ ਤਾਂ ਉਹ ਇਹਨਾਂ ਨੇ ਕਾਨੂੰਨ 'ਚ ਪਾ ਲਿਆ ਵੀ ਜਦੋਂ ਅਸੀਂ ਜ਼ਮੀਨ ਠੇਕੇ 'ਤੇ ਲਵਾਂਗੇ 50 ਸਾਲਾਂ ਵਾਸਤੇ ਲਵਾਂਗੇ 10% ਉਹਦੀ ਜਿਹੜੀ ਇਨਕਰੀਜ਼ ਪਰ ਈਅਰ ਹੋਊਗੀ। ਜਿਵੇਂ ਆਪਣੇ ਰੈਂਟ ਐਕਟ ਜਾਂ ਹੋਰ ਉਹਦੇ 'ਚ ਵੀ ਇਦਾਂ ਹੀ ਹੁੰਦਾ ਵੀ 10% ਇਨਕਰੀਜ਼ ਹੋਊਗੀ। ਉਹ ਇਨਕਰੀਜ਼ ਉਹ ਦੇਈ ਜਾਣਗੇ। ਪਹਿਲੀ ਗੱਲ, ਠੇਕਾ ਰੱਦ ਕਰਨ ਦਾ ਅਧਿਕਾਰ ਕੇਵਲ ਤੇ ਕੇਵਲ ਕੰਪਨੀ ਕੋਲੇ ਹੋਊਗਾ। ਅੱਛਾ, ਕਿਸਾਨ ਕੋਲੇ ਕੋਈ ਅਧਿਕਾਰ ਨਹੀਂ। ਕਿਸਾਨ ਕੋਲੇ ਠੇਕਾ ਰੱਦ ਕਰਨ ਦਾ ਕੋਈ ਅਧਿਕਾਰ ਨਹੀਂ। ਦੂਜਾ ਜਿਹੜਾ ਵੱਡਾ ਇਹਦੇ 'ਚ ਘਾਟੇ ਵਾਲਾ ਸੌਦਾ ਆ ਰਿਹਾ ਹੈ, ਕੰਪਨੀ ਜਦੋਂ ਕੰਟਰੈਕਟ ਸਾਈਨ ਕਰੂਗੀ, ਆਪਾਂ ਤਾਂ ਵੈਸੇ ਜ਼ਮੀਨ ਠੇਕੇ ਤੇ ਦਿੰਦੇ ਨਾ ਵੀ ਫਲਾਨਾ ਸਿਆਂ ਤੈਨੂੰ ਜ਼ਮੀਨ ਠੇਕੇ ਤੇ ਦੇਤੀ ਯਾਰ, ਬਸ ਗੱਲ ਖਤਮ, ਤੂੰ ਪੈਸੇ ਦੇ ਦੀ, ਨਿਬੜ ਗਿਆ। ਕੰਪਨੀ ਇੱਕ ਕੰਟਰੈਕਟ ਸਾਈਨ ਕਰੂਗੀ, ਉਹ 20 25 30 40 ਪੇਜਾਂ ਦਾ ਵੱਡੇ ਵੱਡੇ ਵਕੀਲ ਸਾਹਿਬਾਨ ਨੇ ਬੈਠ ਕੇ ਉਹ ਬਣਾਇਆ ਵਾ ਹੋਊਗਾ। ਉਹ ਨਾ ਤੁਹਾਨੂੰ ਸਮਝ 'ਚ ਆਉਣਾ, ਨਾ ਆਮ ਕਿਸਾਨ ਨੂੰ ਆਉਣਾ, ਨਾ ਥੋੜੇ ਪੜ੍ਹੇ ਲਿਖੇ ਕਿਸਾਨ ਨੂੰ ਸਮਝ ਆਉਣਾ, ਤੇ ਈਵਨ ਕਿ ਬਹੁਤੇ ਜਿਹੜਾ ਆਪਦੇ ਆਪ ਨੂੰ BA MA ਵੀ ਹੈਗਾ, ਉਹਨੂੰ ਵੀ ਜਿਹੜੀ ਲੀਗਲ ਲੈਂਗੁਏਜ ਹੈਗੀ ਹੈ ਨਾ, ਕਾਨੂੰਨੀ ਸਖਤ ਕਾਨੂੰਨੀ ਭਾਸ਼ਾ, ਉਹ ਉਹਦੀ ਸਮਝ ਤੋਂ ਬਾਹਰ ਹੋਊਗੀ। ਅਖੀਰ ਉਹ 2 ਪੇਜ ਪੜ੍ਹ ਲੂਗਾ, ਔਖਾ ਸੌਖਾ 3 ਪੜ੍ਹ ਲੂਗਾ, 50 ਪੇਜ ਪੜ੍ਹਨ ਦੀ। ਔਰ ਉਹ ਜਦੋਂ ਇੱਕ ਵੱਡੀ ਸਾਰੀ ਕਾਰ ਆਊਗੀ ਨਾ ਕੰਟਰੈਕਟ ਸਾਈਨ ਕਰਨ ਨੂੰ, ਤਾਂ ਉਹ ਬੰਦੇ ਦੀਆਂ ਲੱਤਾਂ ਪਹਿਲਾਂ ਉਹਨੂੰ ਹੱਥੋਂ ਨੂੰ ਫੜਨ ਤੋਂ ਹੀ ਕੰਬਣਗੇ ਵੀ ਯਾਰ ਐਡਾ ਵੱਡਾ ਬੰਦਾ ਲੈ ਕੇ ਆਇਆ, ਕੀ ਪੜਾਂਗੇ ਇਹਦਾ। ਉਹ ਉਹਦਾ ਨਾ ਜੀ, ਅੱਬਲ ਤਾਂ ਸਾਡਾ ਪੈਡ ਜਿੱਦਾਂ ਫੜ ਲੈਂਦੇ ਹੁੰਦੇ ਆ, ਇਦਾਂ ਕਰਕੇ ਅੰਗੂਠੇ ਉਹਨਾਂ ਨੇ ਲਵਾਈ ਜਾਣੇ ਆ ਤੇ ਬਸ ਗੱਲ ਖਤਮ ਹੋ ਜਾਣੀ ਆ। ਉਹਨੇ ਆਪਦੀ ਫਾਈਲਸ ਫੋਲਡਰ 'ਚ ਪਾਉਣਾ ਤੇ ਲੈ ਜਾਣਾ। ਤੁਹਾਨੂੰ 2 ਸਾਲ 3 ਸਾਲ ਠੇਕਾ ਵੀ ਦੇਈ ਜਾਊਗਾ, ਟਾਈਮ ਤੇ ਦੇਈ ਜਾਊਗਾ, ਇਨਕਰੀਜ਼ ਵੀ ਦੇਈ ਜਾਊਗਾ। ਉਸ ਕੰਟਰੈਕਟ 'ਚ ਸਭ ਤੋਂ ਵੱਡੀ ਚੀਜ਼ ਕੀ ਲਿਖੀ ਹੈ ਵੀ ਉਹ ਕੰਪਨੀ ਜਿਹੜੀ ਕੰਟਰੈਕਟ ਤੇ ਉਹਨਾਂ ਨੇ ਜ਼ਮੀਨ ਲੈ ਲਈ, ਉਹਦੇ ਤੇ ਉਹ ਜ਼ਮੀਨ ਲੋਨ ਲੈ ਸਕਦੀ ਹੈ। ਅੱਛਾ, ਠੀਕ ਹੈ ਜੀ। ਕੰਪਨੀ ਨੇ ਆਪਣੀ ਜ਼ਮੀਨ ਲੈ ਲਈ, ਕੰਪਨੀ ਨੇ ਉਸ ਜ਼ਮੀਨ ਤੇ ਲੋਨ ਲੈ ਲਿਆ। ਤੇ ਅੱਜ ਕੱਲ ਜਿਹੜੇ ਪ੍ਰਾਈਵੇਟ ਬੈਂਕਸ ਹੈਗੇ ਆ, ਉਹ ਕੀ ਕਰਦੇ ਆ, ਕਈ ਚੀਜ਼ਾਂ ਲੋਨ ਅਗੇਂਸਟ ਪ੍ਰਾਪਰਟੀ ਇੱਕ ਟਰਮ ਹੈ ਵੀ ਜਾਇਦਾਦ ਦੇ ਵੱਟੇ ਲੋਨ। ਉਹ ਬੈਂਕ ਜਿਹੜੀ ਪ੍ਰਾਪਰਟੀ ਦੀ ਐਕਚੁਅਲ ਕੀਮਤ ਹੁੰਦੀ ਆ ਉਹਦੇ ਤੇ ਉਹਨਾਂ ਕੀ ਲੋਨ ਦੇ ਦਿੰਦੇ ਆ। ਵੀ ਇੱਕ ਸਪੋਜ਼ ਅੱਜ ਮੈਂ ਮੰਨਦਾ ਵੀ ਮੇਰੇ ਪਿੰਡ ਦੀ ਜ਼ਮੀਨ 25 ਲੱਖ ਰੁਪਏ ਨੂੰ ਕਿੱਲਾ ਹੈ, ਤਾਂ ਉਹ ਬੈਂਕ 25 ਲੱਖ ਹੀ ਲੋਨ ਦੇ ਦਿੰਦੇ ਆ। ਕੰਪਨੀ ਨੇ ਲੋਨ ਲੈ ਲਿਆ, ਕੰਪਨੀ ਨੇ ਤੁਹਾਡੇ ਲੋਨ ਤੇ ਬਿਜ਼ਨਸ ਕੀਤਾ, ਠੀਕ ਹੈ, ਇਨਵੈਸਟ ਕੀਤਾ, ਆਪਦੇ ਟਰਾਂਸਪੋਰਟੇਸ਼ਨ 'ਚ ਕੀਤਾ, ਪੈਦਾਵਾਰ 'ਚ ਕੀਤਾ, ਕਾਸੇ 'ਚ ਵੀ ਕੀਤਾ। ਜਿੰਨਾ ਚਿਰ ਤੱਕ ਕੰਪਨੀ ਨੂੰ ਲੱਗਿਆ ਫਾਇਦਾ ਚੱਲੀ ਜਾਊਗੀ। ਜਿੱਦਣ ਮਰਜ਼ੀ ਕਹਿ ਦੂਗੀ ਨਹੀਂ ਜੀ ਸਾਨੂੰ ਤਾਂ ਫਾਇਦਾ ਨਹੀਂ। ਤੁਹਾਡਾ ਲੋਨ ਕਿਉਂਕਿ ਤੁਹਾਡੀ ਜ਼ਮੀਨ ਤੇ ਆ, ਤੁਸੀਂ ਪੇਏਬਲ ਆ ਉਹਦੇ। ਪੇਏਬਲ ਤਾਂ ਤੁਸੀਂ ਉਸ ਕੰਟਰੈਕਟ 'ਚ ਲਿਖ ਕੇ ਦਿੱਤਾ। ਕੰਪਨੀ ਲੋਨ ਲੈ ਸਕਦੀ ਹੈ ਜੀ, ਜੇ ਨਾ ਭਰੂਗਾ ਤਾਂ ਮੈਂ ਭਰੂੰਗਾ। ਅੱਛਾ, ਕੰਟਰੈਕਟ 'ਚ ਇਹ ਤਾਂ ਕੰਟਰੈਕਟ 'ਚ ਲਿਖਿਆ ਜਾਣਾ ਜੀ। ਇਹ ਕੰਟਰੈਕਟ ਹਜੇ ਬਣਨੇ ਆ, ਬਟ ਇਹ ਜਿਹੜੀਆਂ ਚੀਜ਼ਾਂ ਕਿਉਂਕਿ ਅਧਿਕਾਰ ਜਦੋਂ ਜਨਰਲ ਪਾਵਰ ਆਫ ਅਟਰਨੀ ਆਪਾਂ ਉਹਨਾਂ ਨੂੰ ਦੇਤੀ, ਉਹ ਆਪਣੀ ਜ਼ਮੀਨ ਤੇ ਕਨੈਕਸ਼ਨ ਲੈ ਸਕਣਗੇ, ਖੂਹ ਪੱਟ ਸਕਣਗੇ, ਟੋਆ ਪੱਟ ਸਕਣਗੇ, ਬਿਲਡਿੰਗ ਬਣਾ ਸਕਣਗੇ, ਭਾਵੇਂ ਉਹ ਉੱਥੇ ਖੇਤੀ ਨਾ ਹੀ ਕਰਨ, ਜ਼ਮੀਨ ਲੈ ਲਈ। ਉਹਨਾਂ ਨੇ ਕਹਿਣਾ ਜੀ ਤੁਹਾਨੂੰ ਸਰਦਾਰ ਜੀ ਠੇਕੇ ਨਾਲ ਮਤਲਬ ਹੈ, ਅਸੀਂ ਕੁਝ ਕਰੀਏ। ਉਹ ਠੇਕੇ ਤੇ ਲੈਣਗੇ, ਵੱਡੇ ਪਲਾਟ ਠੇਕੇ ਤੇ ਲੈਣਗੇ। ਜਦੋਂ 1 ਲੈ ਲੂਗਾ, 2 ਲੈ ਲੂਗਾ, 4 ਲੈ ਲੂਗਾ, ਜਿਹੜਾ ਵਿਚਲਾ ਹੋਊਗਾ ਫਸ ਜੂਗਾ ਵਿਚਾਰਾ, ਯਾਰ ਮੈਨੂੰ ਵੀ ਦੇਣੀ ਪੈਣੀ ਹੈ। ਹੋਊਗਾ ਕਿ ਇੱਕ ਟਰੈਕਟਰ, ਜਿੱਦਾਂ ਇੱਕ ਸਧਾਰਨ ਟਰੈਕਟਰ ਆਪਣੇ 50 60 100 ਹਾਰਸ ਪਾਵਰ ਦਾ, ਜਿਹੜਾ ਆਪਣੇ 50 60 ਹਾਰਸ ਪਾਵਰ ਦੇ ਟਰੈਕਟਰ ਹੁੰਦੇ ਆ,
ਜੇ ਆਪਾਂ ਖੇਤੀਬਾੜੀ ਯੂਨੀਵਰਸਿਟੀ ਦੀਆਂ ਗਾਈਡਲਾਈਨ ਤੇ ਵੀ ਚੱਲੀਏ ਨਾ ਤਾਂ ਇੱਕ ਟਰੈਕਟਰ 150-200 ਕਿੱਲੇ ਦੀ ਵਾਹੀ ਆਰਾਮ ਨਾਲ ਕਰ ਸਕਦਾ। ਆਪਣੇ ਕੀ ਹੈ 5 ਕਿੱਲਿਆਂ ਤੇ ਵੀ ਟਰੈਕਟਰ ਹੈ, 7 ਕਿੱਲਿਆਂ ਤੇ ਵੀ ਹੈ, 2 ਤੇ ਵੀ ਹੈ, 10 ਤੇ ਵੀ ਹੈ, 20 ਤੇ ਵੀ ਹੈ। ਜਦੋਂ ਕੰਪਨੀਆਂ ਆ ਜਾਣਗੀਆਂ ਉਹਨਾਂ ਦੇ ਆਪਦੇ ਟਰੈਕਟਰ ਹੋਣਗੇ, ਆਪਦੇ ਇਕਵਿਪਮੈਂਟ ਹੋਣਗੇ, ਡਰਾਈਵਰ ਰੱਖਣਗੇ, ਉਹ ਉਸ ਲਿਮਿਟ ਤੋਂ ਐਕਸੀਡ ਕਰਕੇ ਚੱਲਣਗੇ। ਆਪਾਂ ਕਹਿੰਦੇ ਆ ਜੀ ਆਪਾਂ ਮੇਰੇ ਕੋਲ ਟਰੈਕਟਰ ਹੈ, ਮੈਂ ਉਹਦੇ ਨਾਲ 25 ਕਿੱਲੇ ਵਾਹੁਣਾ, ਉਹ ਇੱਕ ਟਰੈਕਟਰ ਜਿਹੜਾ ਰੱਖਣਗੇ ਉਹ ਕਹਿਣਗੇ ਤੂੰ ਜੇ 200 ਯੂਨੀਵਰਸਿਟੀ ਕਹਿੰਦੀ ਹੈ ਨਾ ਤੂੰ 300 ਕਿੱਲੇ ਦੀ ਵਾਹੀ ਕਰਕੇ ਦੇ ਸਾਨੂੰ ਇੱਕ ਟਰੈਕਟਰ ਨਾਲ। ਸੰਦ ਘਟਣਗੇ, ਜਿਹੜੇ ਸੰਦ ਹੋਣਗੇ ਉਹ ਕੰਪਨੀ ਦੇ ਹੋਣਗੇ। ਉਹਦੇ ਨਾਲ ਸੀਕੁਐਂਸ ਵਾਈਜ਼ ਅਸਰ ਕੀ ਪਊਗਾ? ਪਹਿਲਾਂ ਮੈਂ ਤੁਹਾਨੂੰ ਜੇ ਸਮਝਾਵਾਂ, ਮੇਰੇ ਕੋਲ ਟਰੈਕਟਰ, ਮੈਂ ਇੱਕ ਸਪੇਅਰ ਪਾਰਟ ਦੀ ਦੁਕਾਨ ਤੋਂ ਉਹਦੇ ਜਦ ਤੋਂ ਆਪਾਂ ਜਾਂਦੇ ਹਾਂ ਉੱਥੋਂ ਸਪੇਅਰ ਪਾਰਟਸ ਖਰੀਦਦੇ ਹਾਂ। ਇੱਕ ਮਿਸਤਰੀ ਹੈ, ਉਹਦੇ ਤੋਂ ਮੈਂ ਉਹ ਰਿਪੇਅਰ ਕਰਵਾਉਣਾ, ਛੋਟੀ ਵੱਡੀ ਜਿਹੜੀ ਵੀ ਹੁੰਦੀ ਹੈ, ਠੀਕ ਹੈ। ਪਹਿਲਾਂ ਤਾਂ ਜਦੋਂ ਮੇਰਾ ਟਰੈਕਟਰ ਹੀ ਗਿਆ ਤਾਂ ਉਹ ਸਪੇਅਰ ਪਾਰਟ ਵਾਲੇ ਵੀ ਗਿਆ ਤੇ ਉਹ ਮਿਸਤਰੀ ਵੀ ਗਿਆ, ਠੀਕ ਹੈ ਜੀ। ਮੇਰਾ ਟਰੈਕਟਰ ਸੰਦ ਮੈਂ ਸਾਲ 2 ਸਾਲ ਤਾਂ ਵੇਖੂੰਗਾ, ਫਿਰ ਵੇਚ ਦੂੰਗਾ। ਵੇਚੂੰਗਾ ਵੀ ਤਾਂ ਉਹਦਾ ਕਬਾੜੀਏ ਲੈਣਗੇ, ਉਹੀ ਕੰਪਨੀ ਆਪਦੀ ਮਰਜ਼ੀ ਨਾਲ ਲਊਗੀ। ਜੇ ਉਹਨੂੰ ਲੋੜ ਹੋਊਗੀ ਤਾਂ ਉਹ ਮੈਨੂੰ ਥੋੜੇ ਬਹੁਤੇ ਵਿੱਚ ਪੈਸੇ ਦੇ ਕੇ ਲੈ ਲੈਣਗੇ। ਪਹਿਲਾਂ ਉਹ ਇਹ ਕਰਨਗੇ, ਜਦੋਂ ਇਹ ਮੰਡੀਕਰਨ ਖਤਮ ਹੋਊਗਾ ਉਹ ਕੀਮਤਾਂ ਘਟਾਉਣਗੇ, ਮੇਰੀ ਆਮਦਨ ਘਟੂਗੀ। ਜਦੋਂ ਮੇਰੀ ਆਮਦਨ ਘਟੂਗੀ ਤਾਂ ਉਹਦੇ ਨਾਲ ਸਾਰਾ ਬਾਜ਼ਾਰ ਸੌਦਾ, ਹੁਣ ਮੰਨ ਲਓ ਮੈਂ ਬਾਜ਼ਾਰ ਜਾਣਾ, ਟਰੈਕਟਰ ਸੰਦ ਨੂੰ ਤਾਂ ਛੱਡ ਦਿਓ, ਮੈਂ ਆਪਦੀ ਗੱਡੀ ਰਿਪੇਅਰ ਕਰਾਉਣਾ। ਜਦੋਂ ਮੇਰੇ ਕੋਲੇ ਗੱਡੀ ਚਲਾਉਣ ਜੋਗੇ ਪੈਸੇ ਨਹੀਂ ਹੋਣਗੇ ਤਾਂ ਮੈਂ ਉਹ ਖਰੀਦੂੰਗਾ ਕਿੱਥੋਂ, ਮੈਂ ਉਹ ਰਿਪੇਅਰ ਕਿੱਥੋਂ ਕਰਾਊਂਗਾ, ਮੈਂ ਚੰਗੇ ਕੱਪੜੇ ਕਿੱਥੋਂ ਲਊਂਗਾ, ਮੈਂ ਫਲ ਫਰੂਟ ਕਿਉਂ ਲੈ ਕੇ ਆਊਂਗਾ ਕਿਉਂਕਿ ਮੇਰੇ ਕੋਲੇ ਪੈਸੇ ਨਹੀਂ ਹੋਣਗੇ, ਮੈਂ ਕੱਪੜਾ ਨਹੀਂ ਲੈ ਸਕਦਾ, ਮੈਂ ਦਵਾਈਆਂ, ਜੇ ਕੋਈ ਚੰਗਾ ਹਸਪੀਟਲ ਹੈ ਮੈਂ ਟ੍ਰੀਟਮੈਂਟ ਲੈਣ ਨਹੀਂ ਜਾਊਂਗਾ। ਜੇ ਅਣਸਰਦੇ ਨੂੰ ਜਾਊਂਗਾ ਤਾਂ ਕਿਸੇ ਮਾੜੇ ਡਾਕਟਰ ਕੋਲੇ, ਮਾੜੇ ਹਸਪਤਾਲ 'ਚ ਜਿਹੜਾ ਮੈਨੂੰ 2, 5, 10, 20 ਰੁਪਈਆਂ 'ਚ ਇੱਕ ਵਾਰੀ ਕੈਮ ਕਰਦੇ ਟੀਕਾ ਲਾ ਕੇ ਮੈਂ ਉਹਦੇ ਕੋਲੇ ਜਾਊਂਗਾ। ਮੈਂ ਕੀ ਕਹਿਣਾ ਚਾਹੁੰਦਾ ਵੀ ਨੁਕਸਾਨ ਹਰ ਵਰਗ ਦਾ ਹੋਊਗਾ, ਉਹਦੇ 'ਚ ਵੀ ਹੋਊਗਾ, ਠੀਕ ਹੈ। ਕੰਪਨੀ ਸੰਭਾਲੂਗੀ, ਉਹਨਾਂ ਦੇ ਆਪਦੇ ਗੈਰੇਜ ਹੋਣਗੇ, ਆਪਦੇ ਸ਼ੈਡਸ ਹੋਣਗੇ, ਆਪਦੇ ਮੁਲਾਜ਼ਮ ਨੂੰ ਵਰਦੀ ਵੀ ਉਹ ਦੇਣਗੇ, ਉਹ ਜੈਤੋ ਤੋਂ ਕੋਟਕਪੂਰੇ ਤੋਂ ਖਰੀਦ ਕੇ ਨਹੀਂ ਦੇਣਗੇ, ਆਪਦੀ ਸਟੋਰੇਜ ਹੋਊਗੀ। ਤੁਸੀਂ ਆ ਹੁਣ ਕੱਲ ਪਰਸੋਂ ਦੀ ਗੱਲ ਚੱਲ ਰਹੀ ਹੈ ਜੀ, ਮੋਗੇ ਅਡਾਨੀ ਗਰੁੱਪ ਦਾ ਇੱਕ ਉਹ ਹੈਗਾ ਖਰੀਦ ਕੇਂਦਰ ਹੈਗਾ, ਉਸ ਖਰੀਦ ਕੇਂਦਰ 'ਚ ਜਿੱਥੇ ਜਿਹੜਾ ਕੰਮ 200, 300, 400 ਮਜ਼ਦੂਰ ਨੇ ਕਰਨਾ ਹੈ ਉੱਥੇ 20 ਮਜ਼ਦੂਰ ਕਰ ਰਹੇ, ਬਾਕੀ ਮਸ਼ੀਨਸ ਹੈ। ਮਸ਼ੀਨ ਨੂੰ ਕੰਪਨੀ ਲਿਆਂਦਾ, ਤੁਹਾਨੂੰ ਤਾਂ ਕੁਝ ਨਹੀਂ ਨਾ ਮਿਲਿਆ, ਉਹ ਮਜ਼ਦੂਰ ਗਿਆ। ਮੈਂ ਇੱਥੇ ਦਿਹਾੜੀ ਤੇ ਲੈ ਕੇ ਆਉਣਾ, ਸੀਰੀ ਰੱਖਦਾ ਆਪਦੇ ਨਾਲ, ਉਹ ਮਜ਼ਦੂਰ ਜਦੋਂ ਮੇਰੇ ਕੋਲੇ ਕੰਮ ਹੀ ਹੈ ਨਹੀਂ ਮੈਂ ਉਹਨੂੰ ਕਿਉਂ ਰੱਖੂੰਗਾ? ਮੈਂ ਆਪਦਾ ਕੰਮ ਔਖਾ, ਜੇ ਕੋਈ ਮੇਰੇ ਘਰ 'ਚ ਜਾਂ ਕੋਈ 2 ਮਰਲੇ ਜਗ੍ਹਾ ਰੱਖੀ ਹੈ ਤਾਂ ਉਹ ਮੈਂ ਕਰ ਸਕਦਾ, ਨਹੀਂ ਕਰੂੰਗਾ ਤਾਂ ਜਿਵੇਂ ਦੀ ਹੋਊਗੀ ਉਹ ਪਲ ਜੂਗੀ। ਉਹ ਮਤਲਬ ਗਰੀਬ ਬੰਦਾ ਵੀ ਗਿਆ, ਬਾਜ਼ਾਰ ਵੀ ਗਿਆ, ਲੇਬਰ ਦਾ ਕੋਈ ਉਹ ਨਹੀਂ ਰਹਿਣਾ। ਆਪਣੇ ਮੰਡੀ 'ਚ ਜਿਹੜੇ ਟੈਕਸ ਜਿਹੜੇ ਆਉਂਦੇ ਆ ਮੰਡੀਕਰਨ ਦੇ, ਉਹ ਟੈਕਸ ਉਹਨਾਂ ਕੰਪਨੀਆਂ ਨੂੰ ਕੋਈ ਨਹੀਂ ਪੈ ਰਿਹਾ, ਠੀਕ ਹੈ। ਉਹਦੇ ਨਾਲ ਕੀ ਹੋਊਗਾ? ਵੈਸੇ ਇਹ ਗੱਲ ਜਿਹੜੀ ਹੈਗੀ ਹੈ ਤੀਜੇ ਬਿੱਲ ਦੀ ਹੈ। ਤੀਜਾ ਬਿੱਲ ਜਿਹੜਾ ਹੈਗਾ ਇੱਕ ਖਰੀਦ ਬਿੱਲ, ਮੰਡੀਕਰਨ ਬਿੱਲ ਜਿਹਨੂੰ ਆਪਾਂ ਸੌਖੀ ਭਾਸ਼ਾ 'ਚ ਆਖੀਏ, ਉਹਦੇ 'ਚ ਆਪਣੇ ਮਾਣਯੋਗ ਪ੍ਰਧਾਨ ਮੰਤਰੀ ਸਾਹਿਬ ਨੇ ਕਿਹਾ ਜੀ ਸਾਰਾ ਬਾਜ਼ਾਰ ਇੱਕ ਮੰਡੀ ਹੋ ਜਾਊਗਾ, ਸਾਰਾ ਦੇਸ਼ ਇੱਕ ਮੰਡੀ ਹੋ ਜਾਊਗਾ। ਕੋਈ ਵੀ ਚੀਜ਼ ਕਿਤੇ ਵੀ ਜਾ ਕੇ ਵੇਚੋਗੇ, ਜਿੱਥੇ ਤੁਹਾਨੂੰ ਕੀਮਤ ਮਿਲਦੀ ਹੈ ਉੱਥੇ। ਇਹ ਜਿਹੜਾ ਸਭ ਤੋਂ ਅਹਿਮ ਬਿੱਲ ਜਿਹਨੂੰ ਆਪਾਂ ਕੰਸੀਡਰ ਕਰਦੇ ਹਾਂ ਅੱਜ, ਵੀ ਜੀ ਇਹ ਤਾਂ ਜੋ ਮਰਜ਼ੀ ਹੋ ਜੇ, ਜਿੱਥੇ ਜਿਹੜੀ ਕੀਮਤ ਮਿਲੂਗੀ ਉਹਨੂੰ ਉਸੇ ਭਾਈ ਵੇਚ ਸਕਦੇ ਹਾਂ, ਪਰ ਕੀਮਤ ਮਿਲੂਗੀ ਕਿੱਥੇ? ਗੁਜਰਾਤ 'ਚ ਇਹ ਸਿਸਟਮ ਅੰਦਾਜ਼ਾ 23 ਸਾਲ ਪਹਿਲਾਂ ਸ਼ਾਇਦ, ਜੇ ਮੈਂ ਗਲਤ ਨਹੀਂ ਤਾਂ, ਉਦੋਂ ਲਾਗੂ ਹੋਇਆ, ਉੱਥੇ ਐਜੀਟੇਸ਼ਨ ਹੋਇਆ। ਹਾਲਾਂਕਿ ਆਪਾਂ ਲੋਕ ਇਨਸਾਨੀ ਫਿਤਰਤ ਇਦਾਂ ਦੀ ਆ ਵੀ ਜਦੋਂ ਗੁਆਂਢੀਆਂ ਦੇ ਅੱਗ ਲੱਗਦੀ ਹੈ ਨਾ ਤਾਂ ਆਪਾਂ ਬਹੁਤੀ ਚਿੰਤਾ ਨਹੀਂ ਕਰਦੇ। 2006 'ਚ ਬਿਹਾਰ 'ਚ ਹੋਇਆ, ਆਪਾਂ ਕੋਈ ਚਿੰਤਾ ਨਹੀਂ ਕੀਤੀ। ਹੋ ਸਕਦਾ ਆਪਣੇ 'ਚ ਬਹੁਤੇ ਕੀ 99.9% ਲੋਕਾਂ ਨੂੰ ਨਹੀਂ ਪਤਾ ਲੱਗਿਆ ਵੀ ਕੀ ਹੋਇਆ। ਉਹ ਵੀ ਹੁਣ ਪਤਾ, ਉਹ ਅੱਜ ਪਤਾ ਲੱਗ ਰਿਹਾ ਆਪਾਂ ਨੂੰ। 2006 ਤੋਂ ਬਾਅਦ 2020 ਚ ਆ ਕੇ 14 ਸਾਲ ਬਾਅਦ ਵੀ ਜੀ ਬਿਹਾਰ 'ਚ ਆ ਕੁਝ ਹੋਇਆ ਸੀ ਔਰ ਇਹ ਫੇਲ ਹੋਇਆ। ਅਮਰੀਕਾ ਕੈਨੇਡਾ ਦੀਆਂ ਸਰਕਾਰਾਂ ਉਹ ਇਹ ਮੰਨਦੇ ਆ
ਵੀ ਇਹ ਫੇਲ ਹੈ ਜੀ ਇਹ ਸਿਸਟਮ। ਜਾਂ ਤਾਂ ਸਬਸਿਡਾਈਜ਼ ਕਰੋ, ਕਿਸਾਨੀ ਫੇਲ ਹੈ, ਕਿਸਾਨ ਕਿਸਾਨੀ ਨੂੰ ਛੱਡ ਰਿਹਾ ਹੈ ਕਿਉਂਕਿ ਫਾਇਦਾ ਨਹੀਂ ਹੋ ਰਿਹਾ, ਘਾਟਾ ਪੈ ਰਿਹਾ। ਘਾਟੇ ਵਾਲਾ ਬਿਜ਼ਨਸ ਤਾਂ ਬਈ ਕੋਈ ਵੀ ਨਹੀਂ ਕਰਨ ਨੂੰ ਤਿਆਰ। ਮੰਡੀਕਰਨ ਬਿੱਲ 'ਚ ਕੀ ਹੋਊਗਾ? ਆਪਣੀਆਂ ਫਸਲਾਂ ਮੰਡੀ ਜਾਂਦੀਆਂ, MSP ਜਿਹੜਾ ਖਰੀਦ ਜਿਹੜਾ ਕੀਮਤ ਹੈਗੀ ਆ, ਜਿਵੇਂ ਹੁਣ ਕਣਕ ਦੀ ਵਾਰੀ ਆਈ ਜਾਂਦਾ ਜੀ 1975 ਹੈ, ਝੋਨੇ ਦੀ MSP ਹੈਗੀ ਆ। ਸਰਕਾਰਾਂ ਇਹ ਵੀ ਕਹੀ ਜਾਂਦੀਆਂ ਜੀ ਅਸੀਂ MSP ਖਤਮ ਨਹੀਂ ਕਰਾਂਗੇ, ਠੀਕ ਹੈ। ਵਾਰੀ ਪ੍ਰਧਾਨ ਮੰਤਰੀ ਨੇ ਵੀ ਬੋਲ ਹਾਂਜੀ MSP ਖਤਮ ਨਹੀਂ ਕਰਾਂਗੇ। MSP ਵੀਰ ਕੋਈ ਚੀਜ਼ ਨਹੀਂ ਆ। ਮੱਕੀ ਰੋਜ਼ ਉਦਾਹਰਨ ਸੁਣਦੇ ਆ ਤੁਸੀਂ, MSP ਹੈਗੀ ਆ, ਕਿਉਂ ਨਹੀਂ ਵਿਕ ਰਹੀ MSP ਤੇ? ਨਰਮਾ MSP 5500 ਹੈ, ਅੱਜ ਦਾ ਭਾਅ 4530 ਰੁਪਏ ਹੈ ਕੋਟਕਪੂਰਾ ਮੰਡੀ ਦਾ। ਸਵੇਰੇ ਮੈਂ ਪੜ੍ਹ ਕੇ ਹਟਿਆ, ਕਿਉਂ ਨਹੀਂ MSP ਲਾਗੂ ਹੋਈ? ਉਹਦੇ 'ਚ ਕੀ ਦਿਖਾਉਂਦੇ ਆ ਇਹ? ਕਈ ਚੀਜ਼ਾਂ ਗਲਤ ਜਿਹੜੇ ਤੱਥ ਹੈ ਨਾ, ਲੋਕਾਂ ਸਾਹਮਣੇ ਗਲਤ ਤੱਥ, ਆਪਣੇ ਸਾਹਮਣੇ ਗਲਤ ਤੱਥ ਪੇਸ਼ ਹੁੰਦੇ ਆ। ਸਰੋਂ ਤੇਲ ਬੀਜ, ਉਹਨਾਂ ਕਈਆਂ ਦੀ MSP ਘੱਟ ਹੈ। ਬਾਜ਼ਾਰੀ ਕੀਮਤ, ਕਿਉਂਕਿ ਸਿੱਧਾ ਹੀ ਕੰਮ ਹੈ ਵੀ ਡਿਮਾਂਡ ਵੱਧ ਹੈ, ਬਾਜ਼ਾਰੀ ਕੀਮਤ ਥੋੜੀ ਜੀ ਉਦੋਂ ਵੱਧ ਹੈ। ਉਹ ਕਹਿੰਦੇ ਜੀ ਵੇਖੋ ਸਰੋਂ ਵੀ ਤਾਂ MSP ਤੋਂ ਵੱਧ ਵਿਕਦੀ ਹੈ ਨਾ ਜੀ, ਸੋਇਆਬੀਨ ਵੀ ਤਾਂ MSP ਤੋਂ ਵੱਧ ਵਿਕਦੀ ਹੈ ਨਾ ਜੀ, ਸੂਰਜਮੁਖੀ ਵੀ ਕਦੇ ਵਿਕ ਜਾਂਦਾ, ਕਦੇ ਸੂਰਜਮੁਖੀ ਹਮੇਸ਼ਾ ਨਹੀਂ ਵਿਕਦਾ, ਕਦੇ ਠੀਕ ਹੈ। ਇਦਾਂ ਦੀ ਇਹ ਫਲਾਨੀ ਚੀਜ਼ ਜੀ MSP ਤੋਂ ਵੱਧ ਵਿਕਦੀ ਹੈ ਨਾ ਜੀ। ਉਹ ਉਹਨਾਂ ਚੀਜ਼ਾਂ ਨੂੰ ਉਦਾਹਰਨ ਦੇ ਕੇ, ਔਰ ਉਹ ਜਿਹੜੀਆਂ ਵਿਕਦੀਆਂ ਨਾ ਉਹ MSP ਤੋਂ ਵੱਧ ਵਿਕਦੀਆਂ ਕਿੰਨੀਆਂ? 10 ਰੁਪਏ, 20 ਰੁਪਏ, 50 ਰੁਪਏ। ਤੇ ਜਿਹੜੀ ਚੀਜ਼ MSP ਤੋਂ ਘੱਟ ਵਿਕਦੀ ਹੈ ਉਹ ਵਿਕਦੀ ਹੈ 1000 ਰੁਪਏ, 2000 ਰੁਪਏ, 1500 ਰੁਪਏ, 1800 ਰੁਪਏ। ਨਰਮਾ ਪਿਛਲੀ ਵਾਰ ਵੀ ਤੁਸੀਂ ਵੇਖਿਆ 2500 ਵੀ ਵਿਕਿਆ, MSP ਪਿਛਲੀ ਵਾਰ ਵੀ 5500 ਸੀ, ਠੀਕ ਹੈ। ਉਹ 2500 ਘਟ ਗਿਆ, ਉਹ ਨਹੀਂ ਕਹਿੰਦੇ ਵੀ ਜੀ ਇਹ ਕੀ ਹੋ ਗਿਆ ਨਾ। ਇਹ ਕੀ ਕਰਨਗੇ ਕੁਛ ਦੇਰ, ਜਿਹੜਾ ਮੈਂ ਸਮਝਦਾ ਮੇਰੀ ਨਿੱਜੀ ਸੋਚ ਹੈ, ਆਉਣ ਵਾਲੇ ਪਾਰਲੀਮੈਂਟ ਇਲੈਕਸ਼ਨ ਤੱਕ 6 ਫਸਲਾਂ ਪਈਆਂ ਇਸ ਝੋਨੇ ਤੋਂ ਲੈ ਕੇ 6 ਫਸਲਾਂ ਸਰਕਾਰ ਖਰੀਦੂਗੀ 2024 ਤੱਕ। ਹਾਂਜੀ 2023 ਨਵੰਬਰ ਤੱਕ 23 ਨਵੰਬਰ ਤੱਕ 24 ਅਪ੍ਰੈਲ ਕਣਕ ਤੋਂ ਪਹਿਲਾਂ ਇਲੈਕਸ਼ਨ ਹੋ ਜਾਊਗਾ। 6 ਫਸਲਾਂ ਸਰਕਾਰ ਸਾਡੀ ਖਰੀਦੂਗੀ। ਉਹ ਕਿਉਂ ਖਰੀਦੂਗੀ? ਕਿਉਂਕਿ ਵੋਟਾਂ ਲੈਣੀਆਂ। MSP ਲਾਗੂ ਹੈ ਜੀ, ਰਹੂਗੀ, ਲਿਖ ਕੇ ਦਿੰਨੇ ਆ ਜੀ ਨਾ। ਅਸੀਂ ਕੀ ਚਾਹੁੰਦੇ ਆ? ਅਸੀਂ ਚਾਹੁੰਦੇ ਆ ਜੀ ਸਰਕਾਰੀ ਖਰੀਦ ਲਾਗੂ ਰਵੇ, ਪ੍ਰਾਈਵੇਟ ਵਪਾਰੀ ਆਵੇ। ਮੇਰੇ ਖਿਆਲ 'ਚ ਕਿਸੇ ਕਿਸਾਨ ਨੂੰ ਕੋਈ ਇਤਰਾਜ਼ ਨਹੀਂ। ਕਿਉਂ ਨਹੀਂ? ਕਿਉਂਕਿ ਆਵੇ ਹੁਣ ਅਡਾਨੀ ਗਰੁੱਪ ਦਾ ਜਿਹੜਾ ਉਹ ਚੱਲੀ ਜਾਂਦਾ, ਪੈਸੇ ਵੱਧ ਦੇ ਰਿਹਾ। ਕਿਉਂ ਦੇ ਰਿਹਾ? ਕਿਉਂਕਿ ਸਰਕਾਰ ਇੱਕ ਪੰਜਾਬੀ 'ਚ ਵਰਡ ਵਰਤੀ ਹੈ ਸ਼ਰੀਕ, ਬਰਾਬਰ ਬੈਠਾ ਹੈ। ਉਹਨੂੰ ਪਤਾ ਹੈ ਕਣਕ 1975 ਰੁਪਏ ਜੇ ਮੈਂ ਨਾ ਖਰੀਦੀ ਤਾਂ ਇਹਨਾਂ ਨੇ ਖਰੀਦ ਲੈਣੀ ਹੈ। ਅਸੀਂ ਕੀ ਚਾਹੁੰਦੇ ਆ? ਕਿਸਾਨ ਦੇ ਹੱਕ ਦੀ ਗੱਲ ਕੀ ਆ ਵੀ ਜਿਹੜੀ ਸਰਕਾਰੀ ਖਰੀਦ ਹੈ ਇਹ ਨਹੀਂ ਬੰਦ ਹੋਣੀ ਚਾਹੀਦੀ, ਔਰ ਇਹ ਹਰੇਕ ਚੀਜ਼ ਦੀ ਹੋਣੀ ਚਾਹੀਦੀ ਹੈ। ਇਹ ਇਕੱਲੇ ਕਣਕ ਝੋਨੇ ਦੀ ਨਹੀਂ ਹੋਣੀ ਚਾਹੀਦੀ, ਇਹ ਮੱਕੀ ਦੀ ਵੀ ਹੋਣੀ ਚਾਹੀਦੀ ਹੈ, ਇਹ ਸੂਰਜਮੁਖੀ ਦੀ ਵੀ ਹੋਣੀ ਚਾਹੀਦੀ ਹੈ, ਇਹ ਸਰੋਂ ਦੀ ਵੀ ਹੋਣੀ ਚਾਹੀਦੀ ਹੈ। ਇਹਦੇ 'ਚ ਤੁਹਾਨੂੰ ਇਹਦੇ 'ਚ ਮੈਂ ਐਡ ਕਰਦਾ ਕਈ ਚੀਜ਼ਾਂ ਨਾ, ਮਤਲਬ ਹਜੇ ਤੱਕ ਕਿਸਾਨੀ ਜਾਂ ਆਮ ਲੋਕਾਂ ਦੀ ਪਹੁੰਚ ਨਹੀਂ ਆਈਆਂ। ਪਿਛਲੇ ਤੋਂ ਪਿਛਲੇ ਸਾਲ ਇਹ ਪ੍ਰੋਜੈਕਟ ਸਰਕਾਰ ਨੇ ਸ਼ੁਰੂ ਕੀਤਾ ਸੀ, ਸੈਂਟਰ ਗਵਰਨਮੈਂਟ ਨੇ, ਵੀ ਜਿਹੜੀ ਚੀਜ਼ ਸੈਂਟਰ ਗਵਰਨਮੈਂਟ ਨਹੀਂ ਖਰੀਦਦੀ ਉਹ ਸਟੇਟ ਗਵਰਨਮੈਂਟ MSP ਤੇ ਖਰੀਦ ਲੇ। ਜਿਹੜੀ MSP ਨਿਰਧਾਰਿਤ ਹੈਗੀ ਹੈ, ਮੰਨ ਲਓ ਵੀ ਅੱਜ ਮੈਂ ਉਦਾਹਰਨ ਦੇ ਤੌਰ ਤੇ ਮੱਕੀ 800 ਹੈ ਜੀ, ਭਾਅ 1600 ਹੈ। ਸੈਂਟਰ ਕੀ ਕਹਿੰਦੀ ਹੈ ਸਟੇਟ ਨੂੰ ਵੀ ਜੀ ਤੁਸੀਂ 1600 ਨੂੰ ਖਰੀਦ ਲਓ, ਅਸੀਂ 800 ਨੂੰ ਨਹੀਂ ਖਰੀਦਦੇ। ਹਾਂ, ਅਸੀਂ ਜਿਹੜੀ ਸਾਡੀ ਉਹ ਤਾਂ ਪ੍ਰਾਈਵੇਟ ਏਜੰਸੀਜ਼ ਖਰੀਦੀਆਂ ਨਾ ਜੀ। ਜਿਹੜੀ ਉਹ ਸਰਕਾਰ ਸੈਂਟਰ ਗਵਰਨਮੈਂਟ ਕਹਿੰਦੀ ਐਤਕੀ 14000 ਕਰੋੜ ਰੁਪਈਆ ਉਹਦੇ ਵਾਸਤੇ ਰੱਖਿਆ ਹੋਇਆ। ਹਰਿਆਣੇ ਨੇ ਐਤਕੀ ਮੱਕੀ ਖਰੀਦੀ ਹੈ, ਉਹਨਾਂ ਨੂੰ ਜਿਹੜਾ ਉਹਨਾਂ ਦਾ ਐਕਸੈਸ ਹੈਗਾ ਉਹ ਲੈਣਗੇ। ਯੂਪੀ ਨੇ ਐਤਕੀ ਕਾਫੀ ਸਾਰੇ ਜ਼ਿਆਦਾ ਪੈਸੇ ਲਏ ਆ। ਪੰਜਾਬ ਸਰਕਾਰ ਨੂੰ ਉਹਨਾਂ ਨੇ ਕਿਹਾ, ਹੁਣ ਦੀ ਹਾਕਮ ਸਰਕਾਰ ਨੇ ਇਹ ਕਹਿਤਾ ਜੀ ਸਾਡੇ ਕੋਲੇ ਤਾਂ ਮੱਕੀ ਖਰੀਦਣ ਨੂੰ, ਮੱਕੀ ਸਟੋਰ ਕਰਨ ਨੂੰ ਸਾਡੇ ਕੋਲੇ ਸਿਸਟਮ ਹੈ ਨਹੀਂ। ਹਾਲਾਂਕਿ ਇਹੀ ਇੰਸਪੈਕਟਰ ਸੀਗੇ, ਇਹੀ ਮੰਡੀਆਂ ਸੀਗੀਆਂ, ਇਹੀ FCI ਦੇ ਪਨਗ੍ਰੇਨ ਦੇ ਗੋਦਾਮ ਸੀਗੇ, ਖਰੀਦੀ ਜਾ ਸਕਦੀ ਸੀ, ਪਰ ਉਹ ਬਸ ਇੱਕ ਪੱਲਾ ਝਾੜਤਾ, ਸਾਡੇ ਕੋਲ ਤਾਂ ਸਿਸਟਮ ਹੈ ਨਹੀਂ। ਔਰ ਸੈਂਟਰ ਕਹਿੰਦਾ ਜੀ ਤੁਸੀਂ ਖਰੀਦੋ, ਜਿੰਨਾ ਪੈਸਾ
ਤੁਹਾਡੇ ਕੋਲੇ ਮਤਲਬ ਜਿੰਨੀ ਕੀਮਤ ਉਹਦੀ ਹੈਗੀ ਹੈ ਉਹ ਤਾਂ ਹੈਗੀ ਹੈ, ਜਿੰਨਾ ਤੁਸੀਂ ਐਕਸੈਸ ਦਿੰਦੇ ਸਾਡੇ ਤੋਂ ਲੈ ਲਓ। ਇਹ ਕਹਿੰਦੇ ਜੀ ਨਹੀਂ, ਸਾਨੂੰ 2000 ਕਰੋੜ ਰੁਪਈਆ ਚਾਹੀਦਾ ਸੀ ਪੰਜਾਬ ਨੂੰ, ਸਿਰਫ 2000 ਕਰੋੜ ਦੀ ਲਿਮਿਟ ਮਿਲਦੀ ਸੀ, ਨਹੀਂ ਲਈ, ਮਿਹਨਤ ਨਹੀਂ ਕਰਦੇ, ਬਸ ਠੀਕ ਹੈ ਜੀ ਸਰ ਗਿਆ ਸਾਡਾ ਤਾਂ, ਜੋ ਜਿਹੜਾ ਵਪਾਰੀ ਆ ਉਹ ਖਰੀਦੀ ਜਾਂਦਾ ਹੈ। ਹੋਊਗਾ ਕਿ ਜਦੋਂ ਮੰਡੀਆਂ ਖਤਮ ਹੋਣਗੀਆਂ, 6 ਸਾਲ ਤਾਂ ਮੈਂ ਗੱਲ ਕੀਤੀ, 6 ਫਸਲਾਂ ਇਹ ਖਰੀਦਣਗੇ, ਉਦੋਂ ਬਾਅਦ ਬਾਹਰ ਜਿਹੜਾ ਵਪਾਰੀ ਬੈਠਾ ਹੈ, ਹੁਣ ਮੋਗੇ ਵਾਲੀ ਗੱਲ, ਅਡਾਨੀ ਹੁਣੀ ਕਹਿੰਦੇ ਆ ਜੀ ਸਾਡੀ ਫਸਲ 100 ਰੁਪਈਆ ਵੱਧ ਵਿਕਦੀ ਹੈ ਜੀ, ਸਾਨੂੰ ਜਿਹੜੇ ਪੈਸੇ ਹੈਗੇ ਆ ਉਹ 24 ਘੰਟਿਆਂ 'ਚ 48 ਘੰਟਿਆਂ 'ਚ ਸਾਡੇ ਖਾਤੇ 'ਚ ਆ ਜਾਂਦੇ ਆ ਜੀ। ਇੱਥੇ ਵੀ ਜਦੋਂ ਪ੍ਰਾਈਵੇਟ ਮੰਡੀ ਅਗਲੀ ਫਸਲ ਤੋਂ ਆ ਜੂਗੀ, ਚਲੋ ਐਤਕੀ ਤਾਂ ਸ਼ਾਰਟ ਟਰਮ ਹੋ ਗਿਆ, ਕਣਕ ਤੇ ਆ ਜੂਗੀ, ਜਦੋਂ ਬਈ ਉਹ 100 ਰੁਪਈਆ ਵੱਧ ਦੇਊਗਾ ਨਾ ਬਾਹਰ ਬੈਠਾ ਜਿਹੜਾ ਵਪਾਰੀ ਹੈ, ਮੈਂ ਉਹਦੇ ਕੋਲੇ ਆਪਦੀ ਟਰਾਲੀ ਲੈ ਕੇ ਜਾਊਂਗਾ, ਉਹ ਮੈਨੂੰ ਪੈਸੇ ਵੀ ਦੇਊਗਾ, ਇਨ ਟਾਈਮ ਦੇਊਗਾ, ਕਿਉਂਕਿ ਇੱਕ ਨੈਚੁਰਲ ਗੱਲ ਹੈ, ਜਦੋਂ ਪੈਸੇ ਵੱਧ ਮਿਲਦੇ 100 ਰੁਪਈਆ ਇਜ਼ ਅ ਹਿਊਜ ਅਮਾਊਂਟ, ਜਦੋਂ 100 ਰੁਪਈਏ ਵੱਧ ਤੇ ਮੈਨੂੰ ਪੈਸੇ ਮਿਲਣਗੇ, ਮੈਂ ਉੱਧਰ ਜਾਊਂਗਾ, ਮੇਰਾ ਝੁਕਾਅ ਬਣ ਜਾਊਗਾ। ਜਦੋਂ ਇਹ ਪਾਰਲੀਮੈਂਟ ਇਲੈਕਸ਼ਨ ਹੋਣਗੇ, ਆਉਣ ਵਾਲੀ ਸਰਕਾਰ ਬਣੂਗੀ, ਉਹ ਕਹੂਗੀ ਜੀ ਪ੍ਰਾਈਵੇਟ, ਹੁਣ ਸਰਕਾਰੀ ਮੰਡੀਆਂ ਦੀ ਤਾਂ ਲੋੜ ਹੀ ਨਹੀਂ ਜੀ, ਜਿਹੜੀ ਖਰੀਦ ਹੈ ਉਹ ਤਾਂ ਸਾਰੀ ਪ੍ਰਾਈਵੇਟ ਉਹ ਕਰਦੇ ਆ, ਉਹ ਚੱਕ ਕੇ ਇਹਦੇ ਤੇ ਲਾਈਨ ਮਾਰ ਦੇਣਗੇ, ਇਹਨੂੰ ਖਤਮ ਕਰ ਦੇਣਗੇ, ਫਿਰ ਕੌਣ ਰਹਿ ਜਾਊਗਾ? ਕੱਲਾ ਪ੍ਰਾਈਵੇਟ। ਜਦੋਂ ਕੱਲਾ ਪ੍ਰਾਈਵੇਟ ਰਹਿ ਜਾਊਗਾ, ਹਰੇਕ ਬੰਦੇ ਦੀ ਸਮਝ 'ਚ ਕੀ ਹੋਊਗਾ? ਮਨਮਰਜ਼ੀ। ਬਿਹਾਰ 'ਚ ਹੋ ਰਹੀ ਹੈ, ਗੁਜਰਾਤ 'ਚ ਹੋ ਰਹੀ ਹੈ, ਵਪਾਰੀ ਦੱਸਦੇ ਆ, ਤੁਸੀਂ ਆਪਣੇ ਲੋਕਲ ਵਪਾਰੀਆਂ ਕੋਲੇ ਜਾਓ, ਇਹ ਕਹਿੰਦੇ ਆ ਜੀ ਬਿਹਾਰ 'ਚੋਂ ਅਸੀਂ 800 ਰੁਪਏ ਨੂੰ ਕਣਕ ਖਰੀਦੀ ਜੀ, ਖਰਚੇ ਪਾ ਕੇ ਜੀ, ਕਿਰਾਏ ਦੇ ਕੇ ਜੀ, ਸਫਾਈ ਕਰਕੇ ਜੀ, ਅਸੀਂ ਲਿਆ ਕੇ 1900 ਨੂੰ ਫੇਰ ਵੇਚ ਲਈ, ਇਹਨਾਂ ਨੂੰ ਤਾਂ ਫਾਇਦਾ ਹੋ ਗਿਆ। ਉੱਦਾਂ ਆਪਾਂ ਜਾ ਨਹੀਂ ਸਕਦੇ। 10-20 ਕਿੱਲਿਆਂ ਵਾਲਾ ਫਾਰਮਰ ਹੋ ਸਕਦਾ 5-7 ਜਾਣੇ ਇਕੱਠੇ ਹੋ ਕੇ ਇੱਕ ਵੱਡਾ ਟਰਾਲਾ, ਜਿਹਨੂੰ ਆਪਾਂ ਘੋੜਾ ਕਹਿੰਦੇ ਆ, ਇਹਨੂੰ ਲੈ ਕੇ ਤੇ ਕਿਤੇ ਦੂਰ ਜਿੱਥੇ MSP ਹੈਗੀ ਆ, ਹੋ ਸਕਦਾ ਉੱਥੋਂ ਤੱਕ ਪਹੁੰਚ ਕਰ ਲੈਣ। ਪਰ ਮੇਰੇ ਕਿਸੇ ਵੀ ਪਿੰਡ 'ਚ ਲਾ ਲਓ, ਮੇਰੇ ਖਿਆਲ 'ਚ ਹਰੇਕ ਪਿੰਡ 'ਚੋਂ 5 ਜਾਂ 7% ਕਿਸਾਨ ਆ ਜਿਹੜਾ 10 ਕਿੱਲਿਆਂ ਤੋਂ ਉੱਤੇ ਵਾਲਾ ਹੈ, ਬਾਕੀ 2, 3, 4, 5 ਕਿੱਲਿਆਂ ਵਾਲੇ ਆ। ਉਹ 5 ਕਿੱਲਿਆਂ ਵਾਲਾ ਕਿਸਾਨ ਬਈ ਫਸਲ ਕਿੱਥੇ ਲੈ ਜਾਊਗਾ? ਕੋਈ ਆਪਸ਼ਨ ਨਹੀਂ ਉਹਦੇ ਕੋਲੇ, ਉਹਨੂੰ ਇੱਥੇ ਹੀ ਵੇਚਣੀ ਪਊਗੀ। ਜਦੋਂ ਕਿਸਾਨ ਮਰੂਗਾ, ਆਪਾਂ ਅੱਗੇ ਵੀ ਗੱਲ ਕੀਤੀ ਹੈ, ਜਦੋਂ ਹਰੇਕ ਚੀਜ਼ ਆਪਣੀ ਕਿਸਾਨੀ ਤੇ ਚੱਲਦੀ, ਆਪਣੇ ਕੋਲੇ ਕੋਈ ਇੰਡਸਟਰੀ ਨਹੀਂ, ਆਪਣੇ ਕੋਲੇ ਕੁਝ ਨਹੀਂ, ਜਦੋਂ ਆਪਣਾ ਸਮਾਨ ਹੀ ਨਹੀਂ ਚੱਲੂਗਾ ਤਾਂ ਬਾਜ਼ਾਰ ਕਿਵੇਂ ਚੱਲੂਗਾ? ਸਾਰਾ ਕੁਝ ਲੋਕ ਮਾਰੂ ਹੋਊਗਾ, ਇਹਦਾ ਕੋਈ ਰੌਲਾ ਨਹੀਂ। ਇਹਨਾਂ ਚੀਜ਼ਾਂ ਤੋਂ ਹਰ ਹਾਲਾਂਕਿ ਜਿਵੇਂ ਦੀਆਂ ਸਰਕਾਰਾਂ ਦੇ, ਉਤਲੀਆਂ ਸਰਕਾਰਾਂ ਦੇ ਫੈਸਲੇ ਆ ਨਾ, ਬੜੇ ਕਠੋਰ ਕਿਸਮ ਦੇ ਫੈਸਲੇ ਜਿਹੜੇ ਆ ਉਹ ਲੈਂਦੇ ਆ। ਮੈਂ ਹੁਣ ਪਿੱਛੇ ਜੇ ਤੁਸੀਂ ਪਰਸੋਂ ਜਾਂ ਚੌਥੇ ਆਪਣੇ ਪ੍ਰਧਾਨ ਮੰਤਰੀ ਸਾਹਿਬ TV ਤੇ ਬੋਲ ਰਹੇ ਸੀ, ਇਹਨਾਂ ਮੁੱਦਿਆਂ ਤੇ ਵੀ ਬੋਲੇ, ਉਹਨਾਂ ਦਾ ਲਹਿਜਾ ਇੰਨਾ ਕੁ ਤਲਖ ਸੀ ਜਿਹੜਾ ਕਿ ਕਿਸੇ ਵੀ ਅਹੁਦੇਦਾਰ ਦਾ ਔਰ ਕਿਸੇ ਮੁਲਕ ਦੇ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਦਾ ਕਿਸੇ ਵੀ ਕੀਮਤ ਤੇ ਨਹੀਂ ਹੋਣਾ ਚਾਹੀਦਾ। ਕੀ ਇਹ ਲੋਕਾਂ ਨੂੰ ਮਤਲਬ ਅੱਖਾਂ ਦਿਖਾ ਕੇ ਜਾਂ ਲੋਕਾਂ ਨੂੰ ਡਰਾ ਧਮਕਾ ਕੇ ਇਦਾਂ ਦੀਆਂ ਚੀਜ਼ਾਂ ਨੂੰ ਕੰਟਰੋਲ ਕਰਦੇ ਆ ਵੀ ਨਹੀਂ ਯਾਰ ਇਹ ਤਾਂ ਐਂ ਚੱਲੂ ਇਹਨੂੰ ਕੈਸ਼ ਕਿਵੇਂ ਕਰ ਰਹੇ ਆ? ਜੰਮੂ ਕਸ਼ਮੀਰ 370 ਲਾਗੂ ਹੋਈ, ਸਾਰੇ ਪੰਜਾਬ 'ਚ ਕਹਿੰਦੇ ਆ ਨਾ, ਸਾਰੇ ਹਿੰਦੁਸਤਾਨ 'ਚ ਕਹਿੰਦੇ ਆ, ਸੌਰੀ ਕਰਦੀ ਆ ਨਾ। ਜਦੋਂ ਅਗਲਾ ਇਲੈਕਸ਼ਨ ਆਊਗਾ, ਪੰਜਾਬ ਨੂੰ ਮੈਂ ਸਮਝਦਾ ਭਾਰਤੀ ਜਨਤਾ ਪਾਰਟੀ ਨੇ ਆਪਦੀ ਰਾਜਨੀਤਿਕ ਨਕਸ਼ੇ ਤੋਂ ਇੱਕ ਵਾਰੀ ਕੱਢਿਆ ਹੀ ਮੈਨੂੰ, ਭਾਵੇਂ ਕਿ ਉਹਨਾਂ ਦੇ ਪੰਜਾਬ ਪ੍ਰਭਾਰੀ ਬਿਆਨ ਦੇ ਰਹੇ ਹੈ ਜੀ ਅਸੀਂ ਹਰ ਇਲੈਕਸ਼ਨ ਕਮਲ ਦੇ ਫੁੱਲ ਤੇ ਲੜਾਂਗੇ, ਆਹ ਕਰਾਂਗੇ। ਮੈਨੂੰ ਨਹੀਂ ਲੱਗਦਾ, ਮੇਰੀ ਸੋਚ ਹੈ ਵੀ ਉਹਨਾਂ ਨੇ ਜੀ ਪੰਜਾਬ ਦੇ ਨਕਸ਼ੇ ਤੇ ਲੀਕ ਮਾਰਤੀ ਹੈ ਵੀ ਪੰਜਾਬ ਨੂੰ ਨਿਬੜਨ ਦਿਓ। ਪੰਜਾਬ ਦੇ ਨਾਂ ਤੇ ਪੂਰੇ ਹਿੰਦੁਸਤਾਨ 'ਚ ਇੱਕ ਆਪਣੇ ਇਹਨਾਂ ਦਾ ਵਧੀਆ ਜੁਮਲਾ, ਕਿਉਂਕਿ ਜੁਮਲੇਬਾਜ਼ ਕਹਿੰਦੇ ਆ, ਮੈਨੇ ਕਰ ਦਿਆ ਨਾ ਬਸ, ਮੈਨੇ ਪੰਜਾਬ में कर दिखाया ना बस। ਤੇ ਉਹ ਜਿਹੜੇ ਮੂਹਰੇ ਵਾਹਵਾ ਸਾਰੇ ਬੈਠੇ ਹੁੰਦੇ ਨੇ, ਹਾਂਜੀ ਕਰ ਦਿਖਾਇਆ, ਜਿੰਦਾਬਾਦ। ਉਹ ਇਹ ਜਿਹੜੀਆਂ ਚੀਜ਼ਾਂ ਪੰਜਾਬ ਨੂੰ ਨਕਸ਼ੇ ਤੋਂ ਕੱਢ ਕੇ ਲੋਕ ਮਾਰ ਕੇ ਤੇ ਸਾਰਾ ਕੁਝ ਆਪਦੇ ਹੱਕ 'ਚ ਕਰਨਾ ਚਾਹੁੰਦੇ ਹੈ, ਹਰ ਕਿਸਮ ਦਾ ਫਾਇਦਾ ਲੈਣਾ ਚਾਹੁੰਦੇ ਹੈ।
ਇਹਦੇ ਵਾਸਤੇ ਬਾਈ ਬਹੁਤ ਵੱਡੇ ਬਹੁਤ ਲੰਬੇ ਸੰਘਰਸ਼ ਦੀ ਲੋੜ ਹੈ। ਇਹ ਕੋਈ ਛੇਤੀ ਕਿਤੇ ਮੰਨਣ ਵਾਲੀ ਸਰਕਾਰ ਹੈ ਨਹੀਂ, ਕਿਉਂਕਿ ਬਹੁਤੀਆਂ ਪਾਰਟੀਆਂ ਹੈ ਨਹੀਂ, ਇੱਕ ਪਾਰਟੀ ਹੈ, ਉਹਦੇ ਤੇ ਇੱਕੋ ਹੀ ਹਿਟਲਰ ਹੈ ਜਿਹੜਾ ਕਿ ਜਿਹਨੂੰ ਜੋ ਕਹਿੰਦਾ ਉਹਨੂੰ ਹਰ ਹਾਲ ਮੰਨਣਾ ਪੈਂਦਾ। ਬਸ ਇਸ ਕਰਕੇ ਇਹਨੂੰ ਲੋਕਾਂ ਨੂੰ ਜਿਹੜਾ ਹੈਗਾ ਨਾ ਲੰਬੇ ਸੰਘਰਸ਼ ਦੀ ਲੋੜ ਹੈ। ਸਰਕਾਰਾਂ ਕੋਈ ਵੀ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਟ੍ਰਾਇਲ ਕਰਦੀਆਂ, ਜਿਵੇਂ ਤੁਸੀਂ ਦੱਸਿਆ ਵੀ ਇਹਦਾ ਵੀ ਇਹਨਾਂ ਨੇ ਟ੍ਰਾਇਲ ਕੀਤਾ ਗੁਜਰਾਤ 'ਚ 23 ਸਾਲ ਪਹਿਲਾਂ, ਬਿਹਾਰ 'ਚ 14 ਸਾਲ ਪਹਿਲਾਂ। ਉੱਥੇ ਜਦੋਂ ਕਿਸੇ ਨੂੰ ਕੋਈ ਕਿਸਾਨ ਨੂੰ ਫਾਇਦਾ ਨਹੀਂ ਹੋਇਆ, ਫਿਰ ਇਹ ਕਿਹੜੇ ਬਿਹਾਫ ਤੇ ਕਿਹੜੇ ਤੱਥ ਤੇ ਪੂਰੇ ਦੇਸ਼ 'ਚ ਲਾਗੂ ਕਰਨਾ ਚਾਹੁੰਦੇ ਆ? ਟ੍ਰਾਇਲ ਨਾ ਸਰਕਾਰਾਂ ਜਿਹੜੇ ਲੋਕ ਇਹ ਜਿਹੜੇ ਵੱਡੇ ਲੋਕ ਰਾਜਨੀਤਿਕ ਲੋਕ ਹੁੰਦੇ ਨੇ ਆਪਦੇ ਪੱਖ ਦੇ ਹਿਸਾਬ ਨਾਲ ਜਿਹੜੀਆਂ ਗੱਲਾਂ ਕਰਦੇ ਆ। ਪੰਜਾਬ ਨੂੰ ਜਿਹੜਾ ਮੰਡੀਕਰਨ ਬੋਰਡ ਤੋਂ ਜਿਹੜਾ 9% ਟੈਕਸ ਵੱਖ-ਵੱਖ ਮਹਿਕਮਿਆਂ ਨੂੰ ਆਉਂਦਾ ਉਹਦਾ ਕਰੀਬ 22,000 ਕਰੋੜ ਰੁਪਈਆ ਇੱਕ ਪੰਜਾਬ ਸੂਬੇ ਨੂੰ ਇਕੱਲੇ ਨੂੰ ਰਹਿ ਜਾਂਦਾ, ਜਿਹਦੇ ਨਾਲ ਆਪਣੀਆਂ ਗਲੀਆਂ ਨਾਲੀਆਂ ਆਪਣੀਆਂ ਪੇਂਡੂ ਸੜਕਾਂ ਇਹ ਬਣਦੀਆਂ, ਡਿਵੈਲਪਮੈਂਟ ਸ਼ਹਿਰਾਂ ਦੀ ਪਿੰਡਾਂ ਦੀ ਇਹ ਹੁੰਦੀ ਆ। ਠੀਕ ਹੈ, ਉਹ ਪੈਸਾ ਨਹੀਂ ਹੋਊਗਾ। ਉਹ ਪੈਸਾ ਆਉਂਦਾ ਘਾਟਾ ਕਿਹਨੂੰ ਪੈ ਰਿਹਾ ਸੀ? ਸਰਕਾਰ ਨੂੰ, ਸੈਂਟਰ ਸਰਕਾਰ ਨੂੰ। ਉਹ ਤਾਂ ਸਿਰਫ ਆਪਦੇ ਆਪ ਨੂੰ ਖੇਤੀ ਨਿਵੇਸ਼ ਚੋਂ ਖਹਿੜਾ ਛਡਾਉਣੀਆਂ ਚਾਹੁੰਦੀਆਂ, ਸਾਰੇ ਹਿੰਦੁਸਤਾਨ ਚੋਂ ਛਡਾਉਣਾ ਚਾਹੁੰਦੀਆਂ, ਹਰ ਹਾਲ ਛਡਾਉਣਾ ਚਾਹੁੰਦੀਆਂ। ਤਾਂ ਇਹ ਨਹੀਂ ਦੱਸਣਗੀਆਂ ਵੀ ਟਰਾਇਲ ਕਾਮਯਾਬ ਹੈ ਕਿ ਨਹੀਂ ਕਾਮਯਾਬ। ਉਹਨਾਂ ਨੂੰ ਤਾਂ ਮੁੱਦਾ ਸਿਰਫ ਤੇ ਸਿਰਫ ਇਹ ਆ ਵੀ ਸਾਡੀ ਜੇਬ ਚੋਂ ਇਹ ਜਿਹੜਾ ਪੈਸਾ ਜਿਹੜਾ ਸਟੇਟਸ ਨੂੰ ਜਾ ਰਿਹਾ ਹੈ, ਸਟੇਟਸ ਦੇ ਅਧਿਕਾਰ ਹੈ ਜਿਹੜੇ ਉਹਨਾਂ ਨੂੰ ਫਾਇਦਾ ਹੋ ਰਿਹਾ, ਉਹਨੂੰ ਖਤਮ ਕਰੋ। ਬਸ ਕਿਸੇ ਵੀ ਹਾਲਤ 'ਚ ਖਤਮ ਕਰੋ। ਉਹਦਾ ਮੁੱਦਾ ਇਹ ਹੈ ਕੋਈ ਟਰਾਇਲ ਕਿਸੇ ਗਰਾਊਂਡ ਤੇ ਇਹ ਨਿਰਾਧਾਰ ਜਿਹੜੇ ਹੈ ਫੈਸਲੇ ਹੁੰਦੇ ਆ, ਕਿਸੇ ਗਰਾਊਂਡ ਤੇ ਨਹੀਂ ਹੁੰਦੇ। ਤੁਸੀਂ ਗੱਲ ਕੀਤੀ ਸੀ ਲੰਬੇ ਸੰਘਰਸ਼ ਦੀ, ਤੇ ਹੁਣ ਤੁਸੀਂ ਇੱਕ ਕਾਨੂੰਨੀ ਤੌਰ ਤੇ ਸਾਡੇ ਦਰਸ਼ਕਾਂ ਨੂੰ ਇਹ ਸਮਝਾਓ ਵੀ ਇਹ ਸੰਘਰਸ਼ ਹੋਵੇ ਕਿਹੜੇ ਹਿਸਾਬ ਦਾ, ਕਿਉਂਕਿ ਸਾਡੇ ਕਿਸਾਨ ਜਥੇਬੰਦੀਆਂ ਵੀ ਸਾਰੀਆਂ ਰਲ ਕੇ ਬਹੁਤ ਸੰਘਰਸ਼ ਕਰ ਰਹੀਆਂ, ਆਮ ਲੋਕ ਵੀ, ਨੌਜਵਾਨ ਤੱਕ ਇਸ ਮਾਮਲੇ ਦੇ ਵਿੱਚ ਲਾਮਬੰਦ ਹੈ, ਸਿਆਸੀ ਪਾਰਟੀਆਂ ਵੀ ਆਪਣੇ ਹਿਸਾਬ ਨਾਲ ਲੱਗੀਆਂ ਹੋਈਆਂ। ਇਹ ਹੁਣ ਸਹੀ ਇਹਦਾ ਉਹਨੂੰ ਕਹਿੰਦੇ ਨਾ ਰਾਹ ਜਿਹੜਾ ਸਹੀ, ਉਹ ਰਾਹ ਕਿਹੜਾ ਹੋਵੇ? ਆਪਣੀ ਭਾਰਤ ਦੀ ਸਭ ਤੋਂ ਉੱਚ ਅਦਾਲਤ ਹੈ ਮਾਨਯੋਗ ਸੁਪਰੀਮ ਕੋਰਟ। ਕੋਈ ਵੀ ਕਾਨੂੰਨ ਉਹਦੇ 'ਚ ਚੈਲੰਜ ਕੀਤਾ ਜਾ ਸਕਦਾ, ਬੇਸ਼ੱਕ ਉਹ ਕਿਸੇ ਵੀ ਸਰਕਾਰ ਨੇ ਬਣਾਇਆ ਹੋਵੇ। ਆਪਾਂ ਇਹਦੇ ਵਿਸਥਾਰ 'ਚ ਨਾ ਜਾਂਦੇ ਹੋਏ ਵੀ ਮੈਂ ਦੱਸਾਂ ਵੀ ਜਦੋਂ ਕੋਈ ਕਾਨੂੰਨ ਬਣ ਜਾਂਦਾ ਹੈ ਨਾ, ਜਿਹੜਾ ਲੈਜਿਸਲੇਟਿਵ ਪਾਰਲੀਮੈਂਟ ਹੈ, ਕਾਨੂੰਨ ਹੈ, ਬੇਸਿਕਲੀ ਅਦਾਲਤ ਦਾ ਕੰਮ ਹੁੰਦਾ ਉਸ ਕਾਨੂੰਨ ਦੀ ਪਾਲਣਾ ਕਰਨਾ, ਉਸ ਕਾਨੂੰਨ ਨੂੰ ਲਾਗੂ ਕਰਨਾ। ਜੇ ਕੋਈ ਉਹਨੂੰ ਤੋੜਦਾ ਤਾਂ ਉਹਨੂੰ ਸਜ਼ਾ ਦੇਣਾ, ਉਹ ਹੁੰਦਾ। ਸੁਪਰੀਮ ਕੋਰਟ ਕੋਲੇ ਆਪਣੇ ਜਿਹੜੇ ਸੰਵਿਧਾਨ 'ਚ ਇਦਾਂ ਦੇ ਮੱਦ ਹੈ, ਇੱਕ ਮੱਦ ਜੇ ਆਪਾਂ ਨੂੰ ਇਹ ਅਧਿਕਾਰ ਦਿੰਦਾ ਹੈ ਵੀ ਆਪਾਂ ਇਹਨੂੰ ਚੈਲੰਜ ਕਰੀਏ, ਤਾਂ ਦੂਜਾ ਮੱਦ ਇਹ ਵੀ ਕਹਿੰਦਾ ਵੀ ਨਹੀਂ ਜੀ, ਜੋ ਪਾਰਲੀਮੈਂਟ ਨੇ ਕਾਨੂੰਨ ਬਣਾਤਾ ਉਹ ਸਹੀ ਹੈ। ਇਸ ਕਰਕੇ ਆਉਣ ਵਾਲੇ ਸਮੇਂ 'ਚ ਕੇਵਲ ਤੇ ਕੇਵਲ ਇਸ ਸੰਘਰਸ਼ ਦਾ ਨਤੀਜਾ ਇਹ ਨਿਕਲਣਾ ਚਾਹੀਦਾ ਵੀ ਸਰਕਾਰ ਇਸ ਕਾਨੂੰਨ ਨੂੰ ਵਾਪਸ ਲਵੇ। ਵਾਪਸ ਲੈਣ ਵਾਸਤੇ ਕੀ ਹੁੰਦਾ, ਭਾਵੇਂ ਤਾਂ ਉਹ ਨਵਾਂ ਕਾਨੂੰਨ ਬਣਾਵੇ। ਇਹਦੇ 'ਚ ਜਿਹੜੀਆਂ ਜ਼ਰੂਰੀ ਸੋਧਾਂ ਹੈਗੀਆਂ, ਜਿਵੇਂ ਆਪਾਂ ਗੱਲ ਕੀਤੀ ਵੀ ਮੰਡੀਕਰਨ ਜਿਹੜਾ ਖਰੀਦ ਹੈ ਇਹਨਾਂ ਦੀ, ਉਹ ਹਮੇਸ਼ਾ ਕਾਇਮ ਰਹਿਣੀ ਚਾਹੀਦੀ ਹੈ। ਸਰਕਾਰ ਨੂੰ ਖਰੀਦ ਤੋਂ ਨਹੀਂ ਭੱਜਣਾ ਚਾਹੀਦਾ ਕਦੇ ਵੀ। ਠੀਕ ਹੈ, MSP ਜਾਰੀ ਰਹਿਣੀ ਚਾਹੀਦੀ ਆ। ਇਹ ਚੀਜ਼ਾਂ ਵਾਸਤੇ ਇਹਨੂੰ ਸੋਧ ਕਰਨੀ 'ਚ ਪਊਗੀ। ਸੁਪਰੀਮ ਕੋਰਟ 'ਚ ਬੇਸ਼ੱਕ ਆਪਾਂ ਜਾਵਾਂਗੇ, ਹੋ ਸਕਦਾ ਉਹਦੇ 'ਚ ਆਪਾਂ ਨੂੰ ਰਿਲੀਫ ਮਿਲ ਜੇ, ਇਹ ਥੋੜਾ ਜਿਹਾ ਲੰਬਾ ਚੱਲ ਜੇ, ਸਟੇ ਮਿਲ ਜੇ, ਸਟੇ ਟਾਈਪ ਕੁਝ ਵੀ। ਉਮੀਦਾਂ ਥੋੜੀਆਂ, ਪਰ ਅਦਾਲਤੀ ਉਮੀਦਾਂ ਥੋੜੀਆਂ, ਉਮੀਦਾਂ ਸੰਘਰਸ਼ ਤੋਂ ਜ਼ਿਆਦਾ। ਦਬਾਅ ਪਾ ਕੇ ਹਰ ਕਿਸਮ ਦੇ ਮਤਲਬ ਸ਼ਾਂਤੀਪੂਰਨ ਤਰੀਕੇ ਨਾਲ ਪ੍ਰੋਪਰ ਦਬਾਅ ਪਾ ਕੇ ਸਰਕਾਰ ਤੇ, ਭਾਵੇਂ ਉਹ ਕੋਈ ਵੀ ਰਾਜਨੀਤਿਕ ਪਾਰਟੀ ਹੈ, ਭਾਵੇਂ ਉਹ ਕਿਸਾਨ ਜਥੇਬੰਦੀਆਂ, ਭਾਵੇਂ ਉਹ ਆਮ ਲੋਕ ਹੈ, ਆੜਤੀ ਹੈ, ਵਪਾਰੀ ਹੈ, ਕਿਉਂਕਿ ਮਾਰ ਸਭ ਨੂੰ ਪੈਣੀ ਆ। ਸਾਰੇ ਇਕੱਠੇ ਹੋ ਕੇ ਕੇਂਦਰ ਨੂੰ ਦਬਾਈਏ ਵੀ ਨਹੀਂ ਜੀ, ਇਹਨੂੰ ਸੁਧਾਰ ਕਰੋ, ਇਹਨੂੰ ਸਹੀ ਕਰੋ, ਇਹਦਾ ਅਸਲ ਹੱਲ ਉਹ ਹੈ। ਤੇ ਇਹ ਜਿਹੜਾ ਸੰਘਰਸ਼ ਹੈ, ਇਹਦੇ 'ਚ ਰੋਜ਼ ਆਉਂਦਾ ਸ਼ਬਦ ਵਰਤਿਆ ਜਾਂਦਾ ਕਾਲੀਆਂ ਭੇਡਾਂ।
ਹਮੇਸ਼ਾ ਤੋਂ ਹੋਇਆ ਹੈ। ਵੱਡੀਆਂ ਵੱਡੀਆਂ ਮੁਹਿੰਮਾਂ ਨੂੰ ਮਾੜੇ ਲੋਕਾਂ ਨੇ ਨੁਕਸਾਨ ਪਹੁੰਚਾਇਆ ਹੈ। ਜਿਹੜੇ ਪਹਿਲਾਂ ਵਿੱਚ ਵੜਦੇ ਆ ਫਿਰ ਨੁਕਸਾਨ ਪਹੁੰਚਾਉਂਦੇ ਆ। ਹੁਣ ਵੀ ਕੀ ਹੈ, ਹੁਣ ਜਿਹੜਾ ਸੰਘਰਸ਼ ਹੈ ਪੀਕ ਤੇ ਚੱਲ ਰਿਹਾ, ਵੱਖ-ਵੱਖ ਰਾਜਨੀਤਿਕ ਪਾਰਟੀਆਂ ਆਪਦੇ ਹਿਸਾਬ ਨਾਲ ਇਹਨੂੰ ਚਲਾ ਰਹੀਆਂ। ਮੰਨ ਲਓ, ਮੈਂ ਹਜੇ ਮੰਨਣ ਦੇ ਤੌਰ ਤੇ ਕਹਿਣਾ, ਆਉਣ ਵਾਲੇ ਸਮੇਂ 'ਚ 1 ਮਹੀਨੇ ਬਾਅਦ, 10 ਦਿਨਾਂ ਬਾਅਦ, 15 ਦਿਨਾਂ ਬਾਅਦ ਸੈਂਟਰ ਗੌਰਮੈਂਟ ਦੀ ਕੈਬਨਿਟ ਉਹ ਕਹਿੰਦੀ ਹੈ ਜੀ ਆ ਜਾਓ, 5 ਜਾਣੇ 10 ਜਾਣੇ ਸਾਡੇ ਨਾਲ ਗੱਲ ਕਰੋ। ਹੁਣ ਸਾਰੀਆਂ 31 ਕਿਸਾਨ ਜਥੇਬੰਦੀਆਂ ਪੰਜਾਬ ਦੀਆਂ 20-21 ਪਾਰਟੀਜ਼, ਇਹਨਾਂ ਦੇ ਸਾਰਿਆਂ ਦੇ ਇੱਕ ਨੁਮਾਇੰਦਾ 200 ਬੰਦੇ ਨਾਲ ਪ੍ਰਧਾਨ ਮੰਤਰੀ ਜੀ ਗੱਲ ਨਹੀਂ ਕਰਨ ਲੱਗੇ। ਉਹ 5 ਬੰਦੇ ਜਾਣਗੇ। ਸਭ ਤੋਂ ਵੱਡੀ ਲੜਾਈ ਉਦੋਂ ਹੀ ਪੈ ਜਾਣੀ ਹੈ ਜੀ, 5 ਕਿਹੜੇ ਜਾਣਗੇ। ਔਰ 5 ਆਇਆ ਪੰਜਾਬ ਦੇ ਹੱਕਾਂ ਲਈ ਸੱਚੇ ਹੋਣਗੇ, ਕਿਸਾਨ ਦੇ ਹੱਕਾਂ ਲਈ, ਲੋਕਾਂ ਦੇ ਹੱਕਾਂ ਲਈ ਕਿ ਨਹੀਂ ਹੋਣਗੇ। ਬਹੁਤ ਵਾਰੀ ਹੋਇਆ ਇਦਾਂ ਦੇ ਲੋਕ ਜਾਂਦੇ ਆ, ਉਹ ਲੋਕ ਉੱਥੇ ਜਾ ਕੇ ਵਿਕ ਜਾਂਦੇ ਆ। ਅੱਜ ਕਿਸੇ ਦੀ ਨੀਅਤ ਤੇ ਸ਼ੱਕ ਨਹੀਂ ਕਰਦੇ ਆਪਾਂ, ਬਟ ਹੁੰਦਾ ਕੀ ਹੈ, ਆਮ ਤੌਰ ਤੇ ਹੁੰਦਾ ਇਦਾਂ। ਉਹ ਕੀ ਫੈਸਲਾ ਕਰੇ ਆਉਣਗੇ ਉੱਥੇ? ਉਹ ਫੈਸਲਾ ਲੋਕ ਮਾਰੂ ਹੋਊਗਾ ਕਿ ਲੋਕ ਪੱਖੀ ਹੋਊਗਾ। ਇਦਾਂ ਦੀਆਂ ਚੀਜ਼ਾਂ। ਇਹ ਸੰਘਰਸ਼ ਵੀਰ ਬਿਨਾਂ ਕਿਸੇ ਭੇਦਭਾਵ ਤੋਂ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਸਾਰੇ ਝੰਡੇ ਲਾ ਕੇ ਇੱਕ ਸਾਂਝਾ ਝੰਡਾ ਬਣਾ ਕੇ ਉਹਦੇ ਤੇ ਲੜਨਾ ਪਊਗਾ। ਕਿਸੇ ਵੀ ਸਟੇਜ ਤੋਂ ਕੋਈ ਵੀ ਰਾਜਨੀਤਿਕ ਗੱਲ ਨਾ ਹੋਵੇ। ਹੋ ਰਹੀਆਂ ਚੈਨਲਸ ਤੇ ਵੀ ਹੋ ਰਹੀਆਂ। ਇੱਧਰਲੇ ਕਹਿੰਦੇ ਆ ਜੀ ਇਹਨਾਂ ਨੇ ਆਹ ਕੀਤਾ, ਇੱਧਰਲੇ ਕਹਿੰਦੇ ਆ ਇਹਨਾਂ ਨੇ ਆਹ ਕੀਤਾ। ਸਾਰਿਆਂ ਨੇ ਕੀਤਾ, ਗਲਤੀਆਂ ਸਾਰਿਆਂ ਦੀਆਂ ਬੇਸ਼ੱਕ ਹੈਗੀਆਂ। ਹਰ ਆਮ ਇਨਸਾਨ ਨੂੰ ਪਤਾ ਹੈ ਵੀ ਸਾਰਿਆਂ ਦੀਆਂ। ਨਹੀਂ ਉਹ ਕਰਦੇ। ਸਾਰਿਆਂ ਨੂੰ ਸੱਚੇ ਮਨੋਂ ਇਕੱਠੇ ਹੋਣਾ ਪਊਗਾ, ਇੱਕ ਝੰਡੇ ਥੱਲੇ ਹੋਣਾ ਪਊਗਾ, ਬਿਨਾਂ ਰਾਜਨੀਤੀ ਤੋਂ, ਬਿਨਾਂ ਭੇਦਭਾਵ ਤੋਂ ਹੋਣਾ ਪਊਗਾ। ਲੰਬਾ ਸੰਘਰਸ਼ ਕਰਕੇ, ਸ਼ਾਂਤੀਪੂਰਨ ਸੰਘਰਸ਼ ਕਰਕੇ ਇਹ ਲੜਾਈ ਜਿੱਤੀ ਜਾ ਸਕੂਗੀ। ਜੇ ਆਪਾਂ ਗਲਤ ਕਰਾਂਗੇ, ਆਪਣਾ ਕਿਸੇ ਰਾਜਨੀਤਿਕ ਪਾਰਟੀ ਨੇ, ਕਿਸੇ ਨੇ ਕੁਛ ਨਹੀਂ ਸਾਥ ਦੇਣਾ। ਜੇ ਕੋਈ ਵਾਇਲੈਂਸ ਕਰੂਗਾ, ਨੁਕਸਾਨ ਜਿਹੜਾ ਬੰਦਾ ਕਰੂਗਾ ਉਹਦਾ ਤੇ ਹੋਊਗਾ, ਪੁਲਿਸ ਦਾ ਐਕਸ਼ਨ ਉਹਦੇ ਤੇ ਹੋਊਗਾ, ਸਰਕਾਰ ਦਾ ਐਕਸ਼ਨ ਉਹਦੇ ਤੇ ਹੋਊਗਾ। ਉਦੋਂ ਤੁਹਾਡੇ ਨਾਲ ਕਿਸੇ ਰਾਜਨੀਤਿਕ ਪਾਰਟੀ ਨੇ ਨਹੀਂ ਖੜਨਾ। ਉਦੋਂ ਤੁਹਾਨੂੰ ਹੱਥ ਕੜੀ ਇਕੱਲਿਆਂ ਨੂੰ ਲੱਗੀ ਹੋਊਗੀ ਜਾਂ ਦੋਵਾਂ ਨੂੰ ਲੱਗੀ ਹੋਊਗੀ, ਤੁਹਾਡੇ ਮਗਰ ਬਹੁਤੇ ਲੋਕਾਂ ਨੇ ਨਹੀਂ ਖੜਨਾ। ਇਸ ਕਰਕੇ ਵਾਇਲੈਂਸ ਤੋਂ ਬਿਨਾਂ ਸ਼ਾਂਤੀਪੂਰਨ ਤਰੀਕੇ ਨਾਲ ਦਬਾਅ ਬਣਾਈਏ ਤੇ ਇਸ ਲੜਾਈ ਨੂੰ ਫੇਰ ਜਿੱਤਿਆ ਜਾ ਸਕਦਾ ਹੈ। ਇੱਕ ਹੋਰ ਗੱਲ ਚੱਲ ਰਹੀ ਹੈ ਤਾਂ ਸਿਆਸੀ ਪਾਰਟੀ ਵੱਲੋਂ ਚਲਾਈ ਗਈ, ਪਰ ਉਹ ਗੱਲ ਹੈਗੀ ਹੈ, ਭਗਵੰਤ ਮਾਨ ਨੇ ਕਿਹਾ ਕਿ ਪੰਚਾਇਤਾਂ ਇਹਦੇ ਖਿਲਾਫ ਮਤਾ ਪਾ ਸਕਦੀਆਂ। ਉਹ ਕਿੰਨਾ ਕੁ ਕਾਨੂੰਨੀ ਤੌਰ ਤੇ ਸਹੀ ਹੈ ਗੱਲ? ਜਿਹੜਾ ਪੰਚਾਇਤ ਜਿਹੜੀ ਹੈਗੀ ਹੈ ਨਾ ਜੀ, ਇਹ ਕੋਈ ਰੌਲਾ ਨਹੀਂ। ਆਪਣੇ ਇੱਕ ਆਪਾਂ ਸ਼ਬਦ ਵਰਤਦੇ ਹਾਂ ਜੀ, ਰਾਜਨੀਤੀ ਦਾ ਮੁੱਢ ਹੈ। ਲੋਕਤੰਤਰ ਦਾ, ਜੇ ਮੈਂ ਸਹੀ ਸ਼ਬਦ ਵਰਤਾਂ, ਲੋਕਤੰਤਰ ਦਾ ਮੁੱਢ ਹੁੰਦੀ ਹੈ ਪੰਚਾਇਤ, ਤੇ ਪੰਚਾਇਤ ਦਾ ਵੀ ਮੁੱਢ ਹੁੰਦੀ ਹੈ ਗ੍ਰਾਮ ਸਭਾ। ਆਮ ਆਦਮੀ ਪਾਰਟੀ ਨੇ, ਭਗਵੰਤ ਮਾਨ ਜੀ ਦਾ ਸੁਜੈਸ਼ਨ ਬਿਲਕੁਲ ਸਹੀ ਹੈ। ਹੋਊਗਾ ਕਿ ਇਹਦੇ ਨਾਲ ਰਲਦਾ ਮਿਲਦਾ ਕਾਂਗਰਸ ਨੇ ਕੀ ਕਿਹਾ ਜੀ, ਅਸੀਂ ਮੇਰੇ ਖਿਆਲ 2 ਕਰੋੜ ਕਿਸਾਨਾਂ ਦੇ ਦਸਤਖਤ ਲੈ ਕੇ ਮਾਣਯੋਗ ਅਦਾਲਤ ਜਾਵਾਂਗੇ ਜਾਂ ਰਾਸ਼ਟਰਪਤੀ ਸਾਹਿਬ ਕੋਲੇ ਜਾਵਾਂਗੇ। ਉਵੇਂ ਹੀ ਜਦੋਂ ਇਹ ਗ੍ਰਾਮ ਸਭਾ 'ਚ ਮਤੇ ਪੈਣਗੇ, ਇਸ਼ੂ ਕੀ ਹੋਊਗਾ ਵੀ ਉੱਥੇ ਲੱਖਾਂ ਕਰੋੜਾਂ ਲੋਕਾਂ ਦੇ, ਕਿਸਾਨਾਂ ਦੇ, ਵੋਟਰਾਂ ਦੇ ਦਸਤਖਤ ਜਾਣਗੇ ਵੀ ਜੀ ਅਸੀਂ ਇਹਨਾਂ ਕਾਨੂੰਨਾਂ ਨਾਲ ਅਸਹਿਮਤ ਹਾਂ। ਠੀਕ ਹੈ, ਇਹਨਾਂ ਕਾਲੇ ਕਾਨੂੰਨਾਂ ਨੂੰ, ਇਹਨਾਂ ਲੋਕ ਮਾਰੂ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ। ਤੇ ਇਹ ਲੋਕ ਆਵਾਜ਼ ਤਾਂ ਹੈਗੀ ਹੈ, ਕਾਨੂੰਨੀ ਪੱਖ ਤੋਂ ਸੁਪਰੀਮ ਕੋਰਟ 'ਚ ਵੀ ਜਾਣਗੇ। ਤਾਂ ਸੁਪਰੀਮ ਕੋਰਟ ਵੀ ਕਿਤੇ ਨਾ ਕਿਤੇ ਤਾਂ ਇਹ ਜਿਹੜਾ ਬੈਂਚ ਬੈਠੂਗਾ ਉਹ ਸੋਚੂਗਾ ਵੀ ਇਹ ਸਰਕਾਰ ਕਹਿੰਦੀ ਆ ਵੀ ਜੀ ਇਹ ਲੋਕ ਹਿੱਤ 'ਚ ਹੈ, ਤੇ ਲੋਕ ਕਹਿੰਦੇ ਆ, ਇੰਨੇ ਕਰੋੜ ਲੋਕ ਕਹਿੰਦੇ ਆ ਵੀ ਇਹ ਲੋਕ ਹਿੱਤ 'ਚ ਨਹੀਂ ਹੈ। ਇਸ ਕਰਕੇ ਭਾਵੇਂ ਉਹ ਦਸਤਖਤ ਮੁਹਿੰਮ ਹੈ, ਭਾਵੇਂ ਉਹ ਪੰਚਾਇਤਾਂ ਦੇ ਮਤੇ ਹੈ, ਭਾਵੇਂ ਉਹ ਗ੍ਰਾਮ ਸਭਾ ਦੇ ਮਤੇ ਹੈ, ਭਾਵੇਂ ਉਹ ਸ਼ਹਿਰੀ ਵੀਰ ਜਿਹੜੇ ਮਿਊਨਿਸਪਲ ਕੌਂਸਲ, ਭਾਵੇਂ ਉਹ ਕਿਸਾਨ ਨਹੀਂ ਗੇ। ਠੀਕ ਹੈ, ਇੱਕ ਬਾਡੀ ਤਾਂ ਹੈਗੀ ਹੈ ਨਾ, ਇਲੈਕਟਡ ਬਾਡੀ ਤਾਂ ਹੈਗੀ ਹੈ ਨਾ। ਉਹ ਸਾਰਿਆਂ ਨੂੰ ਆਪਦੇ ਤੌਰ ਤੇ ਲਿਖ ਕੇ ਦੇਣਾ ਚਾਹੀਦਾ ਹੈ। ਬੇਸ਼ੱਕ ਇਹਦਾ ਚੰਗਾ ਅਸਰ ਹੋ। ਤੇ ਜੇ ਗ੍ਰਾਮ ਸਭਾ ਇਹ ਮਤਾ ਪਾ ਸਕਦੀ ਹੈ, ਕਿ ਵਿਧਾਨ ਸਭਾ ਨਹੀਂ ਪਾ ਸਕਦੀ? ਵਿਧਾਨ ਸਭਾ ਦਾ ਜੀ ਪਿਛਲੇ 4 ਦਿਨ ਪਹਿਲਾਂ ਕਿਸਾਨ ਜਥੇਬੰਦੀਆਂ ਦੀ ਸਰਕਾਰ ਨਾਲ ਮੀਟਿੰਗ ਹੋ ਚੁੱਕੀ ਹੈ। ਸਪੈਸ਼ਲ ਸੈਸ਼ਨ ਬੁਲਾਇਆ ਜਾ ਰਿਹਾ ਹੈ
ਤੇ ਉਹਦੇ 'ਚ ਇਹ ਮਤਾ ਪੈ ਜਾਣਾ ਹੈ। ਇਹਦਾ ਫਾਇਦਾ ਹੋਊ ਇਹਦਾ ਵੀ ਜਿਵੇਂ ਇਹਦਾ, ਕਿਉਂਕਿ ਵੇਖੋ ਇੱਕ ਐਮਐਲਏ ਹੈ, ਉਹਦੇ ਮਗਰ 1 ਲੱਖ ਵੋਟ ਗਿਣੀ ਜਾਣੀ ਹੈ ਵੀ ਇਹਨੂੰ ਲੱਖ ਵੋਟ ਪਈ ਸੀ। ਉਹ ਇੱਕ ਦਸਤਖਤ, ਕਿਉਂਕਿ ਹੁਣ ਸਰਬਸੰਮਤੀ ਨਾਲ ਹੋਣਾ ਉੱਥੇ ਸਾਰਾ ਕੁਝ, ਇਕੱਲੀ ਬੀਜੇਪੀ ਬਾਹਰ ਰਹੂਗੀ, ਹੋਰ ਕੋਈ ਪਾਰਟੀ ਨਹੀਂ ਰਹਿ ਰਹੀ। ਇਸ ਕਰਕੇ ਸਾਰਾ ਕੁਝ ਸਰਬਸੰਮਤੀ ਨਾਲ ਹੋਣਾ। ਉਹਨਾਂ ਦਸਤਕਾਂ ਦੀ ਹਰੇਕ ਮਤੇ ਦੀ, ਭਾਵੇਂ ਉਹ ਪਾਰਲੀਮੈਂਟ 'ਚ ਪੈਂਦਾ, ਮੈਂ ਤੁਹਾਨੂੰ ਦੱਸਿਆ ਸਟੇਟ 'ਚ ਉਤਲੇ ਲੈਵਲ ਤੋਂ ਲੈ ਕੇ ਥੱਲੇ ਵਾਲੇ ਲੈਵਲ ਤੱਕ, ਭਾਵੇਂ ਉਹ ਇੱਕ ਕਲੱਬ ਵੀ ਮਤਾ ਪਾਉਂਦਾ, ਕੋਈ ਵੀ ਪਾਉਂਦਾ, ਹਰ ਬੰਦੇ ਦੇ ਦਸਤਖਤ ਜਦੋਂ ਵੀ ਮਾਣਯੋਗ ਅਦਾਲਤ ਜਾਣਗੇ, ਜਦੋਂ ਪ੍ਰਧਾਨ ਮੰਤਰੀ ਦੇ ਟੇਬਲ ਤੇ ਜਾ ਕੇ ਫਾਈਲ ਟਿਕੂਗੀ ਵੀ ਜੀ ਇੰਨੇ ਕਰੋੜ ਬੰਦਿਆਂ ਨੇ ਇਹਦੇ ਖਿਲਾਫ ਦਸਤਖਤ ਕੀਤੇ ਆ, ਜਦੋਂ ਸੈਂਟਰਲ ਕੈਬਨਿਟ ਦੇ ਜਾਊਗੀ, ਖੇਤੀਬਾੜੀ ਮੰਤਰੀ ਦੇ ਜਾਊਗੀ, ਇਹਨਾਂ ਚੀਜ਼ਾਂ ਦਾ ਬੇਸ਼ੱਕ ਚੰਗਾ ਅਸਰ ਹੋਊਗਾ, ਉਹਨਾਂ ਤੇ ਦਬਾਅ ਹੋਊਗਾ। ਯਾਰ ਕਰੋੜਾਂ ਲੋਕ ਖਿਲਾਫ ਹੈ ਇਸ ਚੀਜ਼ ਦੇ, ਤਾਂ ਕਿਤੇ ਨਾ ਕਿਤੇ ਉਹ ਸੋਚਣ ਤੇ ਮਜਬੂਰ ਹੋਣਗੇ ਵੀ ਇਹਦਾ ਕੋਈ ਨਾ ਕੋਈ ਸਥਾਈ ਹੱਲ ਹੈ ਜਿਹੜਾ ਉਹ ਕੱਢਿਆ ਜਾਵੇ। ਅਕਾਲ ਜੋਤ ਜੀ, ਤੁਸੀਂ ਸਾਡੇ ਨਾਲ ਆਪਣਾ ਅਨਮੁੱਲਾ ਸਮਾਂ ਸਾਨੂੰ ਦਿੱਤਾ ਤੇ ਇਹ ਬਹੁਤ ਸੁਚੱਜੀ ਤੇ ਸਹੀ ਜਾਣਕਾਰੀ ਸਾਡੇ ਦਰਸ਼ਕਾਂ ਤੱਕ ਪਹੁੰਚਾਈ, ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ। ਬਾਈ ਫੇਸ ਚੈਨਲ ਨੂੰ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ, ਉਹਦੇ ਲਈ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ ਤੁਹਾਡਾ ਜੀ, ਬਾਈ ਫੇਸ ਚੈਨਲ ਦਾ, ਜਿਨ੍ਹਾਂ ਨੇ ਇਹ ਜਾਣਕਾਰੀ ਲੋਕਾਂ ਤੱਕ ਪਹੁੰਚਾਉਣ ਦਾ ਇੱਕ ਵਧੀਆ ਉਪਰਾਲਾ ਕੀਤਾ ਹੈ। ਮੈਂ ਇਹ ਚਾਹੁੰਦਾ ਹੈ ਕਿ ਇਹ ਚੈਨਲ ਹਮੇਸ਼ਾ ਤਰੱਕੀਆਂ ਕਰੇ, ਸਹੀ ਜਿਹੜੀ ਲੋਕਾਂ ਦੀ ਲੋਕ ਭਾਸ਼ਾ 'ਚ ਆਵਾਜ਼ ਹੈ ਲੋਕਾਂ ਤੱਕ ਪਹੁੰਚਦੀ ਰਹੇ। ਧੰਨਵਾਦ, ਸਤਿ ਸ੍ਰੀ ਅਕਾਲ।